ਸਨਮਾਨਯੋਗ ਸਾਧ ਸੰਗਤ ਜੀਓ, ਆਪ ਜੀ ਨੇ ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਬੜੇ ਹੀ ਪਿਆਰ ਨਾਲ ਸ਼ਰਵਣ ਕੀਤਾ ਹੈ। ਸਤਿਕਾਰਯੋਗ ਭਾਈ ਸਾਹਿਬ ਆਪਾਂ ਨੂੰ ਅਖੀਰ ਵਿੱਚ ਜੋ ਸ਼ਬਦ ਸੁਣਾ ਰਹੇ ਸਨ, ਮਾਝ ਰਾਗ ਦੇ 12 ਮਾਹਾਂ ਦੇ ਵਿੱਚੋਂ ਉਹ ਕੱਤਕ ਦੇ ਮਹੀਨੇ ਨਾਲ ਸੰਬੰਧ ਰੱਖਦਾ ਸੀ। ਅੱਜ ਦੇਸੀ ਸਾਲ ਦੇ ਮੁਤਾਬਕ ਕੱਤਕ ਦਾ ਮਹੀਨਾ ਪ੍ਰਾਰੰਭ ਹੋਇਆ, ਯਾਨੀ ਅੱਜ ਉਸ ਮਹੀਨੇ ਦੀ ਪਹਿਲੀ ਤਾਰੀਖ ਹੈ। ਕੱਤਕ ਦਾ ਮਹੀਨਾ ਦੇਸੀ ਸਾਲ ਦੇ ਮੁਤਾਬਕ 8ਵਾਂ ਮਹੀਨਾ ਹੁੰਦਾ ਹੈ। ਜਦੋਂ ਸਾਲ ਪ੍ਰਾਰੰਭ ਹੁੰਦਾ ਹੈ ਤੇ ਪਹਿਲਾ ਮਹੀਨਾ ਚੇਤ ਹੁੰਦਾ ਹੈ ਤੇ ਅਖੀਰਲਾ ਮਹੀਨਾ ਫੱਗਣ ਹੁੰਦਾ ਹੈ। ਅੱਜ ਦੇ ਦਿਨ ਲਈ ਜਾਂ ਇਸ ਮਹੀਨੇ ਲਈ ਜੋ ਸਤਿਗੁਰੂ ਜੀ ਨੇ ਆਪਾਂ ਨੂੰ ਸਿੱਖਿਆ ਬਖਸ਼ੀ ਏ, ਕੱਤਿਕ ਕਰਮ ਕਮਾਵਣੇ, ਦੋਸ਼ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਜਿਹੜੀ ਇਸ ਮਹੀਨੇ ਦੀ ਰੁੱਤ ਹੁੰਦੀ ਹੈ ਬੜੀ ਹੀ ਸੁਹਾਵਣੀ ਹੁੰਦੀ ਹੈ। ਇਹ ਬਿਲਕੁਲ ਉਸੇ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਬਸੰਤ ਦੀ ਰੁੱਤ ਹੋਵੇ। ਇਸ ਰੁੱਤ ਵਿੱਚ ਜੇ ਸਾਡਾ ਪਰਮੇਸ਼ਵਰ ਦੇ ਨਾਲੋਂ ਵਿਛੋੜਾ ਬਣਿਆ ਰਹਿੰਦਾ ਹੈ ਤੇ ਉਹ ਕਿਸੇ ਹੋਰ ਦਾ ਕਸੂਰ ਨਹੀਂ, ਉਹ ਸਾਡਾ ਆਪਣਾ ਹੀ ਹੈ। ਕੱਤਿਕ ਕਰਮ ਕਮਾਵਣੇ, ਦੋਸ਼ ਨ ਕਾਹੂ ਜੋਗ। ਸਾਡੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਹੀ ਅਸੀਂ ਪ੍ਰਭੂ ਦੇ ਨੇੜੇ ਹੁੰਦੇ ਹਾਂ ਜਾਂ ਪ੍ਰਭੂ ਤੋਂ ਦੂਰ ਹੁੰਦੇ ਹਾਂ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜੇ ਅਸੀਂ ਇਹੋ ਜਿਹੀ ਸੁਹਾਵਣੀ ਰੁੱਤ ਵਿੱਚ ਵੀ ਪਰਮਾਤਮਾ ਨਾਲੋਂ ਦੂਰ ਹੁੰਦੇ ਹਾਂ ਤੇ ਉਹ ਕਿਸੇ ਹੋਰ ਦਾ ਕਸੂਰ ਨਹੀਂ, ਉਹ ਆਪਣਾ ਹੀ ਕਸੂਰ ਹੈ, ਆਪਣਾ ਹੀ ਦੋਸ਼ ਹੈ। ਤੇ ਦੋਸ਼ ਇੰਨਾ ਹੀ ਹੈ ਕਿ ਸਾਡੀ ਸੁਰਤ ਵਿੱਚ ਪਰਮਾਤਮਾ ਨੂੰ ਛੱਡ ਕੇ ਹੋਰ ਬਹੁਤ ਕੁਝ ਵਸਿਆ ਹੋਇਆ ਹੈ। ਉਸ ਸਭ ਕਾਸੇ ਨੂੰ ਪਾਸੇ ਕਰਕੇ ਉਹਦੀ ਜਗ੍ਹਾ ਪਰਮਾਤਮਾ ਨੂੰ ਦੇਣਾ, ਇਹੋ ਹੀ ਸਾਨੂੰ ਸਤਿਗੁਰਾਂ ਨੇ ਸਮਝਾਇਆ ਹੈ। ਫਿਰ ਆਖਿਆ ਜੇ ਪਰਮਾਤਮਾ ਨੂੰ ਭੁਲਾ ਦਈਏ ਤੇ ਫਿਰ ਸਾਰੇ ਹੀ ਦੁੱਖ ਕਲੇਸ਼ ਵਿਆਪਦੇ ਹਨ। 3 ਤਰ੍ਹਾਂ ਦੇ ਦੁੱਖ ਮੰਨੇ ਜਾਂਦੇ ਨੇ। ਇੱਕ ਦੁੱਖ ਹੁੰਦੇ ਨੇ ਆਧੀ, ਦੂਸਰੇ ਵਿਆਧੀ ਤੇ ਤੀਸਰੇ ਉਪਾਧੀ। ਕੁਝ ਦੁੱਖ ਤਕਲੀਫਾਂ ਨੇ ਜਿਹੜੇ ਸਾਡੇ ਮਨ ਨਾਲ, ਸਾਡੇ ਤਨ ਨਾਲ ਸੰਬੰਧਿਤ ਨੇ। ਕੁਝ ਦੁੱਖ ਨੇ ਜਿਹੜੇ ਸਾਨੂੰ ਦੂਜਿਆਂ ਜੀਵਾਂ ਤੋਂ ਮਿਲਦੇ ਨੇ ਤੇ ਤੀਜੇ ਨੰਬਰ ਦੇ ਕਲੇਸ਼ ਹੁੰਦੇ ਨੇ ਜਿਹੜੇ ਕੁਦਰਤੀ ਹੁੰਦੇ ਨੇ। ਕੁਝ ਕੁਦਰਤੀ ਆਫਤਾਂ ਇਸ ਸੰਸਾਰ ਵਿੱਚ ਆਉਂਦੀਆਂ ਰਹਿੰਦੀਆਂ ਨੇ। ਸੋ ਜਿਨ੍ਹਾਂ ਲੋਕਾਂ ਨੇ ਪਰਮਾਤਮਾ ਨੂੰ ਵਿਸਾਰ ਦਿੱਤਾ ਹੁੰਦਾ ਹੈ, ਉਹਨਾਂ ਨੂੰ ਇਹ ਸਾਰੇ ਹੀ ਦੁੱਖ ਵਿਆਪਦੇ ਹਨ।
ਇਸ ਲਈ ਗੁਰੂ ਜੀ ਨੇ ਅੱਜ ਦੇ ਦਿਨ ਸਾਨੂੰ ਇਹ ਸਿੱਖਿਆ ਬਖਸ਼ੀ ਏ ਕਿ ਤੁਸੀਂ ਪਰਮਾਤਮਾ ਨੂੰ ਨਹੀਂ ਵਿਸਾਰਨਾ, ਉਸ ਮਾਲਕ ਦਾ ਚੇਤਾ ਬਣਾ ਕੇ ਰੱਖਣਾ, ਉਹਦੀ ਯਾਦ ਵਿੱਚ ਜੁੜੇ ਰਹਿਣਾ। ਇਸ ਤਰ੍ਹਾਂ ਕਰਨ ਨਾਲ ਸਾਡਾ 1 ਮਹੀਨਾ ਹੀ ਨਹੀਂ, ਸਗੋਂ ਸਾਰਾ ਜੀਵਨ ਹੀ ਸਫਲ ਜੀਵਨ ਬਣ ਜਾਂਦਾ ਹੈ। ਸੋ ਆਓ ਅੱਜ ਦੀ ਵਿਚਾਰ ਆਪਾਂ ਪ੍ਰਾਰੰਭ ਕਰੀਏ। ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਆਪਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਵਸ ਦੇ ਸੰਬੰਧ ਵਿੱਚ ਵਿਚਾਰਾਂ ਸ਼ੁਰੂ ਕੀਤੀਆਂ ਹੋਈਆਂ ਨੇ, ਤੇ ਵਿਚਾਰ ਹੈ ਜਪ ਬਾਣੀ। ਉਸ ਦੇ ਵਿੱਚ ਆਏ ਜਿਹੜੇ ਸਿਧਾਂਤ ਨੇ ਉਹਨਾਂ ਨੂੰ ਲੈ ਕੇ ਪਿਛਲੇ ਸਮੇਂ ਵਿੱਚ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਬਖਸ਼ਿਆ ਜਿਹੜਾ ਇੱਕ ਇਕਾਈ ਦਾ ਸਿਧਾਂਤ ਹੈ ਉਸ ਨੂੰ ਸਮਝਿਆ। ਫਿਰ ਆਪਾਂ ਜਪ ਬਾਰੇ ਜਾਣਕਾਰੀ ਹਾਸਲ ਕੀਤੀ, ਕਿਸ ਨੂੰ ਜਪਣਾ ਤੇ ਕਿੰਨਾ ਚਿਰ ਜਪਣਾ ਹੈ। ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਗੁਰੂ ਨਾਨਕ ਸਾਹਿਬ ਜੀ ਦੀ ਜਪ ਬਾਣੀ ਵਿੱਚੋਂ, ਉਹ ਹੈ ਹੁਕਮ। ਤੇ ਹੁਕਮ ਹੈ ਪਰਮੇਸ਼ਵਰ ਦਾ, ਪਰਮਾਤਮਾ ਦਾ, ਜੋ ਸਾਡੇ ਸਭਨਾ ਜੀਆਂ ਉੱਤੇ ਇੱਕਸਾਰ ਲਾਗੂ ਹੁੰਦਾ ਹੈ। ਪਰਮਾਤਮਾ ਦਾ ਹੁਕਮ ਨਾ ਕਿਸੇ ਨੂੰ ਛੋਟ ਦਿੰਦਾ ਹੈ ਤੇ ਨਾ ਹੀ ਕਿਸੇ ਉੱਤੇ ਜ਼ਬਰਦਸਤੀ ਕਰਦਾ ਹੈ। ਚਾਹੇ ਕੋਈ ਰਾਜਾ ਹੋਵੇ, ਚਾਹੇ ਰੰਕ ਹੋਵੇ, ਚਾਹੇ ਸਾਧੂ ਹੋਵੇ ਤੇ ਚਾਹੇ ਵਿਕਾਰੀ ਮਨੁੱਖ ਹੋਵੇ, ਸਭਨਾ ਉੱਤੇ ਵਾਹਿਗੁਰੂ ਜੀ ਦਾ ਹੁਕਮ ਇੱਕੋ ਜਿਹਾ ਲਾਗੂ ਹੁੰਦਾ ਹੈ। ਮਿਸਾਲ ਦੇ ਤੌਰ ਤੇ ਅੱਗ ਦਾ ਸੁਭਾਅ ਹੈ, ਉਸਨੇ ਜਿਹੜੀ ਵੀ ਚੀਜ਼ ਉਹਦੇ ਵਿੱਚ ਰੱਖੀ ਉਸ ਨੂੰ ਸਾੜਨਾ ਹੈ, ਉਸ ਨੂੰ ਸੇਕ ਦੇਣਾ ਹੈ। ਉਸ ਅੱਗ ਵਿੱਚ ਸਾਧੂ ਹੱਥ ਪਾਏ ਉਹਨੂੰ ਵੀ ਸੇਕ ਲੱਗੇਗਾ, ਚੋਰ ਹੱਥ ਪਾਏ ਉਹਨੂੰ ਵੀ ਲੱਗੇਗਾ, ਰਾਜਾ ਪਾਏ ਜਾਂ ਕੰਗਾਲ ਪਾਏ ਸੇਕ ਸਭਨਾਂ ਨੂੰ ਬਰਾਬਰ ਲੱਗੇਗਾ। ਇਹ ਕੁਦਰਤ ਦਾ ਨਿਯਮ ਹੈ, ਇਸ ਨੂੰ ਹੁਕਮ ਆਖਦੇ ਨੇ। ਹੁਕਮ ਦੇ ਜਿਹੜੇ ਅੱਖਰੀ ਅਰਥ ਹੁੰਦੇ ਨੇ ਬੜੇ ਸਾਦੇ ਨੇ। ਕਿਸੇ ਨੂੰ ਆਦੇਸ਼ ਕਰਨਾ, ਕਿਸੇ ਨੂੰ ਆਗਿਆ ਕਰਨਾ ਕਿ ਤੂੰ ਇਹ ਕੰਮ ਕਰ ਜਾਂ ਆਹ ਕੰਮ ਨਾ ਕਰ, ਉਸ ਨੂੰ ਹੁਕਮ ਆਖਦੇ ਨੇ। ਹੁਕਮ ਜਿਹੜਾ ਹੈ ਹਮੇਸ਼ਾ ਵੱਡਾ ਆਦਮੀ ਜਾਂ ਵੱਡੀ ਪਾਵਰ ਛੋਟਿਆਂ ਉੱਤੇ ਕਰਦੀ ਏ। ਛੋਟੇ ਕਦੀ ਵੱਡਿਆਂ ਨੂੰ ਹੁਕਮ ਨਹੀਂ ਕਰਦੇ ਹੁੰਦੇ, ਭਾਵੇਂ ਕੰਮ ਉਹੋ ਹੀ ਹੋਵੇ, ਗੱਲ ਉਹੋ ਹੀ ਆਖਣੀ ਹੋਵੇ। ਛੋਟੇ ਆਖਦੇ ਨੇ ਮੈਂ ਬੇਨਤੀ ਕਰਦਾ ਹਾਂ, ਸ਼ਬਦ ਉਹ ਹੀ ਹੋਣਗੇ, ਪਰ ਉਹ ਛੋਟਿਆਂ ਵੱਲੋਂ ਜੇ ਵੱਡਿਆਂ ਨੂੰ ਆਖੇ ਜਾਂਦੇ ਨੇ ਤੇ ਉਹ ਬੇਨਤੀ ਰੂਪ ਵਿੱਚ ਹੁੰਦੇ ਨੇ। ਜੇ ਵੱਡਿਆਂ ਵੱਲੋਂ ਜਾਂ ਵੱਡੀ ਪਾਵਰ ਵੱਲੋਂ, ਵੱਡੀ ਸ਼ਕਤੀ ਵੱਲੋਂ ਛੋਟਿਆਂ ਨੂੰ ਆਖੇ ਜਾਂਦੇ ਨੇ ਤੇ ਉਹੋ ਹੀ ਸ਼ਬਦ ਹੁਕਮ ਬਣ ਜਾਂਦੇ ਨੇ। ਇਹਦੇ ਵਿੱਚ ਇੱਕ ਫਰਕ ਹੁੰਦਾ ਹੈ ਜੀ, ਉਹ ਸਮਝਣ ਵਾਲਾ ਏ। ਛੋਟੇ ਕੋਲ ਆਖਣ ਨੂੰ ਹੁਕਮ ਤੇ ਹੈ, ਉਹ ਕਰ ਸਕਦਾ ਹੈ, ਲੇਕਿਨ ਉਹਦੇ ਕੋਲ ਹੁਕਮ ਨੂੰ ਮਨਾ ਲੈਣ ਦੀ ਤਾਕਤ ਨਹੀਂ ਹੁੰਦੀ। ਜਿਹੜਾ ਵੱਡਾ ਹੁੰਦਾ ਹੈ, ਜਿਹੜਾ ਵੱਡੀ ਪਾਵਰ ਤੇ ਵੱਡੀ ਤਾਕਤ ਤੇ ਵੱਡੀ ਕੁਰਸੀ ਤੇ ਹੁੰਦਾ ਹੈ, ਸ਼ਬਦ ਉਹ ਵੀ ਉਹ ਹੀ ਬੋਲਦਾ ਹੈ, ਲੇਕਿਨ ਇਹ ਹੀ ਫਰਕ ਹੁੰਦਾ ਹੈ ਕਿ ਉਹਦੇ ਕੋਲ ਇੱਕ ਤਾਕਤ ਹੈ। ਜੇ ਛੋਟਾ ਉਹਦੇ ਤੋਂ ਉਹਦੇ ਹੁਕਮ ਨੂੰ ਨਾ ਮੰਨੇ ਤੇ ਉਹਦੇ ਕੋਲ ਮਨਵਾ ਲੈਣ ਦੀ ਤਾਕਤ ਹੁੰਦੀ ਹੈ। ਦੇਸ਼ਾਂ ਦੀਆਂ ਸਰਕਾਰਾਂ ਹੁੰਦੀਆਂ ਨੇ, ਉਹ ਕੋਈ ਹੁਕਮ ਜਾਰੀ ਕਰਦੀਆਂ ਨੇ, ਸਾਰੀ ਪ੍ਰਜਾ ਉਹਨਾਂ ਦੇ ਹੁਕਮ ਨੂੰ ਮੰਨਦੀ ਏ। ਜੇ ਕੋਈ ਨਹੀਂ ਮੰਨਦਾ
ਤੇ ਸਰਕਾਰ ਦੇ ਕੋਲ ਤਾਕਤ ਹੁੰਦੀ, ਉਸ ਨੂੰ ਹੁਕਮ ਮਨਾ ਸਕਦੀ ਹੈ। ਪਰਮਾਤਮਾ ਸਭ ਤੋਂ ਵੱਡੀ ਸ਼ਕਤੀ ਹੈ। ਪਰਮਾਤਮਾ ਦਾ ਹੁਕਮ ਸਰਕਾਰਾਂ ਉੱਤੇ ਵੀ ਚੱਲਦਾ ਹੈ। ਉਹ ਬਾਦਸ਼ਾਹਾਂ ਦਾ ਬਾਦਸ਼ਾਹ, ਉਹ ਰਾਜਿਆਂ ਦਾ ਰਾਜਾ, ਉਹ ਮਹਾਰਾਜਿਆਂ ਦਾ ਮਹਾਰਾਜਾ। ਕੋਈ ਵੱਡੇ ਤੋਂ ਵੱਡਾ ਰਾਜਾ, ਵੱਧ ਤੋਂ ਵੱਧ USA ਦਾ ਪ੍ਰੈਜ਼ੀਡੈਂਟ ਹੋ ਸਕਦਾ ਹੈ। ਪਰ ਪਰਮਾਤਮਾ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਉਹ ਇੰਨੇ ਜਿਹੇ ਖਿੱਤੇ ਦਾ ਰਾਜਾ ਨਹੀਂ, ਉਹ ਤੇ ਕਰੋੜਾਂ ਬ੍ਰਹਿਮੰਡਾਂ ਦਾ ਰਾਜਾ ਹੈ। ਉਹਦਾ ਹੁਕਮ ਸਾਰੀ ਕਾਇਨਾਤ ਤੇ ਚੱਲਦਾ ਹੈ, ਸਾਰੀ ਕੁਦਰਤ ਤੇ ਚੱਲਦਾ ਹੈ। ਤੇ ਕੁਦਰਤ ਵਿੱਚ ਅਸੀਂ ਸਭ ਜੀਵ ਵੀ ਹਾਂ। ਸਾਡੇ ਸਭਨਾਂ ਉੱਤੇ ਉਸ ਮਾਲਕ ਦਾ ਹੁਕਮ ਚੱਲਦਾ ਹੈ। ਸੋ ਅੱਜ ਆਪਾਂ ਉਹਦੇ ਹੁਕਮ ਦੀ ਹੀ ਗੱਲ ਕਰਨੀ ਹੈ। ਹੁਕਮ ਕੀ ਹੈ, ਅਸੀਂ ਇਸ ਨੂੰ ਸਮਝਾਂਗੇ। ਅਸੀਂ ਹੁਕਮ ਮੰਨਣਾ ਕਿਵੇਂ ਆ, ਇਹਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਇਹ ਵੇਖਣਾ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਬੜਾ ਹੀ ਇੱਕ ਅਹਿਮ ਸਵਾਲ ਖੜਾ ਕੀਤਾ ਹੈ, ਜੋ ਸਾਡੇ ਸਭਨਾਂ ਲਈ ਹੈ। ਕਿਸੇ ਇੱਕ ਕੌਮ ਲਈ, ਕਿਸੇ ਇੱਕ ਧਰਮ ਦੇ ਲੋਕਾਂ ਲਈ ਨਹੀਂ, ਸਗੋਂ ਸਮੁੱਚੀ ਮਾਨਵਤਾ ਲਈ। ਵੈਸੇ ਸਵਾਲ ਤੇ ਦੋ ਨੇ, ਪਰ ਇਹ ਆਪਸ ਵਿੱਚ ਇੰਨਾ ਨੇੜੇ ਦਾ ਸੰਬੰਧ ਰੱਖਦੇ ਨੇ, ਇਸ ਕਰਕੇ ਇਹਨਾਂ ਨੂੰ ਇੱਕ ਆਖ ਦਿੱਤਾ ਜਾਂਦਾ ਹੈ। ਸਵਾਲ ਦੋ ਨੇ। ਪਹਿਲਾ ਸਵਾਲ ਹੈ, ਕਿਵ ਸਚਿਆਰਾ ਹੋਈ ਹੈ। ਦੂਜਾ ਸਵਾਲ ਹੈ, ਕਿਵ ਕੂੜੈ ਟੁੱਟੈ ਪਾਲ। ਇਹਨਾਂ ਦੇ ਪਹਿਲਾਂ ਆਪਾਂ ਅੱਖਰੀ ਅਰਥ ਸਮਝਦੇ ਹਾਂ। ਸਚਿਆਰਾ ਕਿਵੇਂ ਹੋਣਾ ਹੈ, ਭਾਵ ਸੱਚਾ ਕਿਵੇਂ ਹੋਣਾ ਹੈ। ਜਿੰਨਾ ਚਿਰ ਮਨੁੱਖ ਸੱਚਾ ਨਹੀਂ ਹੁੰਦਾ, ਉਹਨਾਂ ਚਿਰ ਇਹ ਸੱਚੇ ਵਿੱਚ ਲੀਨ ਨਹੀਂ ਹੋ ਸਕਦਾ। ਭਾਈ ਗੁਰਦਾਸ ਜੀ ਨੇ ਲਿਖਿਆ, ਸੱਚ ਸੰਪੂਰਨ ਨਿਰਮਲਾ। ਜਿਹੜਾ ਸੱਚ ਉਹ ਪੂਰਨ ਤੌਰ ਤੇ ਸੱਚ ਹੈ, ਨਿਰਮਲ ਹੈ, ਸ਼ੁੱਧ ਹੈ, ਤੇ ਇਸ ਵਿੱਚ ਕੂੜ ਨਾ ਰਲਦਾ ਰਾਈ। ਜਰਾ ਕੁ ਜਿੰਨਾ ਝੂਠ ਵੀ ਉਹਦੇ ਵਿੱਚ ਸਮਾ ਨਹੀਂ ਸਕਦਾ। ਇਸ ਲਈ ਅਸੀਂ ਸਚਿਆਰ ਹੋਣਾ ਹੈ। ਸਚਿਆਰ ਹੋਵਾਂਗੇ ਤੇ ਉਸ ਸੱਚੇ ਵਿੱਚ ਸਮਾ ਪਾਵਾਂਗੇ। ਜੇ ਸਚਿਆਰ ਨਾ ਹੋਏ, ਜਰਾ ਕਿ ਜਿੰਨਾ ਵੀ ਕੂੜ ਯਾਨੀ ਝੂਠ ਸਾਡੇ ਵਿੱਚ ਰਿਹਾ, ਤੇ ਉਹਦੇ ਵਿੱਚ ਲੀਨ ਨਹੀਂ ਹੋਇਆ ਜਾ ਪਾਏਗਾ। ਤੇ ਗੁਰੂ ਸਾਹਿਬ ਦਾ ਸਿਧਾਂਤ ਹੈ ਕਿ ਸਾਨੂੰ ਜਿਹੜਾ ਮਨੁੱਖਾ ਜੀਵਨ ਮਿਲਿਆ ਹੈ, ਸਰਬ ਸ੍ਰੇਸ਼ਟ ਹੈ, ਤੇ ਮਿਲਿਆ ਹੈ ਵਾਹਿਗੁਰੂ ਜੀ ਦੇ ਵਿੱਚ ਲੀਨ ਹੋਣ ਵਾਸਤੇ, ਉਹਦੇ ਵਿੱਚ ਸਮਾ ਜਾਣ ਵਾਸਤੇ। ਸਮਾ ਜਾਣ ਵਾਸਤੇ ਸਚਿਆਰ ਹੋਣਾ ਜ਼ਰੂਰੀ ਹੈ, ਯਾਨੀ ਸੱਚਾ ਹੋਣਾ। ਆਪਣੇ ਆਪੇ ਨਾਲ ਸੱਚਾ ਹੋਣਾ, ਆਪਣੇ ਪਰਿਵਾਰ ਨਾਲ ਸੱਚਾ ਹੋਣਾ, ਆਪਣੇ ਸਮਾਜ ਤੇ ਆਪਣੇ ਸੰਸਾਰ ਨਾਲ ਸੱਚਾ ਹੋਣਾ। ਜਦੋਂ ਅਸੀਂ ਇਸ ਢੰਗ ਦੇ ਨਾਲ ਸੱਚੇ ਹੋ ਜਾਂਦੇ ਹਾਂ, ਫਿਰ ਪਰਮਾਤਮਾ ਰੂਪੀ ਸੱਚ ਵਿੱਚ ਸਮਾ ਜਾਣ ਤੋਂ ਸਾਨੂੰ ਕੋਈ ਰੋਕ ਨਹੀਂ ਪਾਏਗਾ। ਇਹ ਹੈ ਅਰਥ ਸਚਿਆਰਾ ਹੋਣ ਦੇ, ਭਾਵ ਸੱਚੇ ਹੋਣਾ। ਕਿਵ ਕੂੜੈ ਟੁੱਟੈ ਪਾਲ। ਪਾਲ ਦਾ ਮਤਲਬ ਹੁੰਦਾ ਇੱਕ ਕਤਾਰ। ਪਾਲ ਅਸੀਂ ਕਹਿੰਦੇ ਹਾਂ ਜਦੋਂ ਆਪਾਂ ਲੰਗਰ ਛਕਣ ਬੈਠਦੇ ਹਾਂ ਤੇ ਇੱਕ ਕਤਾਰ ਵਿੱਚ ਬੈਠਦੇ ਹਾਂ, ਉਸ ਨੂੰ ਪਾਲ ਆਖਦੇ ਨੇ। ਜਦੋਂ ਆਪਾਂ ਕਿਤੇ ਟਿਕਟ ਲੈਣ ਵਾਸਤੇ ਕਿਤੇ ਅੱਡੇ ਤੇ, ਬੱਸ ਅੱਡੇ ਤੇ, ਟ੍ਰੇਨ ਸਟੇਸ਼ਨ ਤੇ ਖਲੋਨੇ ਆ ਤੇ ਇੱਕ ਲਾਈਨ ਲੱਗ ਜਾਂਦੀ ਲੋਕਾਂ ਦੀ, ਆਪਾਂ ਉਸ ਲੰਬੀ ਜਿਹੀ ਲਾਈਨ ਨੂੰ ਪਾਲ ਆਖ ਸਕਦੇ ਹਾਂ ਕਿ ਬੜੀ ਲੰਬੀ ਪਾਲ ਲੱਗੀ ਹੋਈ ਸੀ। ਇਹ ਸਾਡੇ ਅੰਦਰ ਇੱਕ ਕੂੜ ਦੀ ਪਾਲ ਬਣ ਗਈ ਹੈ, ਇੱਕ ਕਤਾਰ ਬਣ ਗਈ, ਇੱਕ ਝੂਠ ਨਹੀਂ। ਸਾਡੇ ਅੰਦਰ ਝੂਠ ਦੇ ਪਿੱਛੇ ਇੱਕ ਹੋਰ ਝੂਠ, ਉਹਦੇ ਪਿੱਛੇ ਇੱਕ ਹੋਰ ਝੂਠ, ਉਹਦੇ ਪਿੱਛੇ ਇੱਕ ਹੋਰ ਝੂਠ।
ਤੇ ਝੂਠਾਂ ਦੇ ਪਿੱਛੇ ਝੂਠ ਹੀ ਝੂਠ ਤੇ ਲੰਬੀ ਲਾਈਨ ਬਣ ਗਈ ਹੈ। ਇਹ ਤੇ ਆਪਾਂ ਸਾਰੇ ਹੀ ਸਮਝਦੇ ਹਾਂ ਵੀ ਜੇ ਆਪਾਂ ਕਿਤੇ ਜਾਣੇ ਜਾਂ ਅਣਜਾਣੇ ਇੱਕ ਝੂਠ ਬੋਲ ਬੈਠੀਏ ਤੇ ਉਸ ਝੂਠ ਨੂੰ ਛੁਪਾਉਣ ਵਾਸਤੇ ਉਸ ਨੂੰ ਕਿਵੇਂ ਉਹ ਲੋਕਾਂ ਵਿੱਚ ਜ਼ਾਹਰ ਨਾ ਹੋਵੇ, ਉਹਦੇ ਉੱਤੇ ਪਰਦਾ ਪਾਈ ਰੱਖਣ ਲਈ ਸਾਨੂੰ ਸੈਂਕੜੇ ਨਹੀਂ ਹਜ਼ਾਰਾਂ ਹੋਰ ਝੂਠ ਬੋਲਣੇ ਪੈਂਦੇ ਨੇ। ਉਹ ਫਿਰ ਇੱਕ ਝੂਠ ਦੇ ਪਿੱਛੇ ਲਾਈਨ ਲੱਗਦੀ ਜਾਂਦੀ ਹੈ ਝੂਠਾਂ ਦੀ। ਗੁਰੂ ਨਾਨਕ ਸਾਹਿਬ ਉਸ ਲਾਈਨ ਨੂੰ ਪਾਲ ਆਖ ਰਹੇ ਨੇ, ਜਿਹੜੀ ਸਾਡੇ ਅੰਦਰ ਝੂਠਾਂ ਦੀ ਲਾਈਨ ਲੱਗ ਗਈ ਹੈ। ਉਹ ਕਿਵੇਂ ਟੁੱਟ ਜਾਏ, ਇਹ ਸਵਾਲ ਹੈ। ਟੁੱਟੇਗੀ ਕਿਵੇਂ ਉਹ ਪਾਲ? ਤੇ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਨਾ ਇਸ ਤਰ੍ਹਾਂ ਨਹੀਂ ਕਿ ਸਵਾਲ ਕਰ ਦਿੱਤੇ ਹੋਣ ਤੇ ਫਿਰ ਸਾਨੂੰ ਉਹਨਾਂ ਦਾ ਹੱਲ ਨਾ ਦੱਸਿਆ ਹੋਵੇ। ਉਹਨਾਂ ਨੇ ਹੱਲ ਬਹੁਤ ਸੋਹਣਾ ਦੱਸਿਆ, ਹੁਕਮ ਰਜ਼ਾਈ ਚੱਲਣਾ। ਸਾਡਾ ਅੱਜ ਦਾ ਵਿਸ਼ਾ ਵੀ ਹੁਕਮ ਹੈ। ਤੇ ਗੁਰੂ ਸਾਹਿਬ ਜੀ ਨੇ ਆਖਿਆ ਕਿ ਇਹ ਦੋਵੇਂ ਮਸਲੇ ਜਿਹੜੇ ਨੇ ਤੁਹਾਡੇ ਹੱਲ ਹੋ ਸਕਦੇ ਨੇ। ਤੁਹਾਡੇ ਅੰਦਰੋਂ ਕੂੜ ਦੀ ਦੀਵਾਰ ਵੀ ਟੁੱਟ ਸਕਦੀ ਏ। ਜਿਵੇਂ ਹੀ ਦੀਵਾਰ ਟੁੱਟੇਗੀ ਫਿਰ ਤੁਹਾਨੂੰ ਸਚਿਆਰ ਬਣਾਉਣਾ ਨਹੀਂ ਪਏਗਾ, ਤੁਸੀਂ ਬਣ ਗਏ ਹੋਵੋਗੇ। ਸਚਿਆਰ ਬਣਨ ਦੀ ਜ਼ਰੂਰਤ ਨਹੀਂ, ਜ਼ਰੂਰਤ ਹੈ ਉਸ ਪਾਲ ਨੂੰ ਤੋੜਨ ਦੀ, ਉਸ ਕਤਾਰ ਨੂੰ ਤੋੜਨ ਦੀ। ਤੇ ਇਸ ਕਤਾਰ ਨੂੰ ਨਾ ਟੀਕਾਕਾਰਾਂ ਨੇ ਦੀਵਾਰ ਲਿਖਿਆ, ਕੰਧ ਲਿਖਿਆ। ਤੇ ਕੰਧ ਕਿਵੇਂ ਬਣਦੀ? ਇੱਟ ਦੇ ਪਿੱਛੇ ਇੱਟ, ਇੱਟ ਦੇ ਪਿੱਛੇ ਇੱਟ, ਇਸ ਤਰ੍ਹਾਂ ਜੋੜੀ ਜਾਈਏ ਹੌਲੀ ਹੌਲੀ ਉਹ ਕੰਧ ਬਣ ਜਾਂਦੀ ਹੈ। ਇਸੇ ਤਰ੍ਹਾਂ ਸਾਡੇ ਅੰਦਰ ਇਸ ਕੂੜ ਦੀ, ਇਸ ਝੂਠ ਦੀ ਇੱਕ ਵੱਡੀ ਦੀਵਾਰ ਬਣ ਚੁੱਕੀ ਹੈ। ਜਿਸ ਦੀਵਾਰ ਦੇ ਇੱਕ ਪਾਸੇ ਹੁਣ ਆਪਾਂ ਰਹਿ ਗਏ ਹਾਂ, ਦੂਜੇ ਪਾਸੇ ਪਰਮਾਤਮਾ ਜੀ ਰਹਿ ਗਏ ਨੇ। ਵਿਚਕਾਰ ਇਹ ਕੰਧ ਬਣ ਗਈ ਹੈ ਝੂਠਾਂ ਦੀ। ਸੋ ਇਹ ਜਿਵੇਂ ਝੂਠਾਂ ਦੀ ਦੀਵਾਰ ਟੁੱਟੇਗੀ ਤੇ ਸਚਿਆਰ ਸਾਹਮਣੇ ਬੈਠਾ ਨਜ਼ਰ ਆ ਜਾਣਾ, ਫਿਰ ਹੋਰ ਕੁਝ ਕਰਨ ਦੀ ਲੋੜ ਨਹੀਂ ਰਹਿਣੀ। ਉਹ ਟੁੱਟਣੀ ਕਿਵੇਂ ਆ? ਹੁਕਮ ਰਜ਼ਾਈ ਚੱਲਣਾ। ਰਜ਼ਾਈ ਦਾ ਮਤਲਬ ਇਹਦੇ ਨਾ ਜੀ, ਜਿਹੜਾ ਜੱਜਾ ਇਹਦੇ ਪੈਰੀ ਬਿੰਦੀ ਲਾ ਕੇ ਬੋਲਿਆ ਕਰੋ ਰਜ਼ਾ। ਇਹ ਅਰਬੀ ਦਾ ਸ਼ਬਦ ਹੈ ਰਜ਼ਾ। ਤੇ ਰਜ਼ਾਈ ਦਾ ਮਤਲਬ ਹੈ ਰਜ਼ਾ ਦਾ ਮਾਲਕ, ਹੁਕਮ ਕਰਨ ਵਾਲਾ। ਉਹ ਜਿਹੜਾ ਰਜ਼ਾ ਦਾ ਮਾਲਕ ਹੈ, ਜਿਹੜਾ ਹੁਕਮ ਕਰਨ ਵਾਲਾ ਹੈ, ਉਹਦੇ ਹੁਕਮ ਵਿੱਚ ਚੱਲਣ ਨਾਲ ਇਹ ਦੋਵੇਂ ਹੀ ਮਸਲੇ ਹੱਲ ਹੋ ਜਾਣੇ ਨੇ। ਅੰਦਰੋਂ ਕੂੜ ਦੀ ਦੀਵਾਰ ਵੀ ਟੁੱਟ ਕੇ ਢਹਿ ਕੇ ਢੇਰੀ ਹੋ ਜਾਣੀ ਹੈ ਤੇ ਮਨੁੱਖ ਨੇ ਸਚਿਆਰ ਯਾਨੀ ਸੱਚਾ ਵੀ ਹੋ ਜਾਣਾ। ਹੁਕਮ ਵਿੱਚ ਚੱਲਣ ਦੀ ਲੋੜ ਹੈ ਤੇ ਹੁਕਮ ਹੈ ਵਾਹਿਗੁਰੂ ਜੀ ਦਾ, ਮਾਲਕ ਦਾ, ਅਕਾਲ ਪੁਰਖ ਦਾ। ਉਹਦੇ ਹੁਕਮ ਵਿੱਚ ਚੱਲਣਾ ਹੈ। ਇਹ ਜਿਹੜਾ ਹੁਕਮ ਹੈ ਜੀਵਾਂ ਦੇ ਨਾਲ ਲਿਖਿਆ ਹੋਇਆ। ਉਹ ਲਿਖਿਆ ਕਿਵੇਂ ਹੈ ਆਪਾਂ ਇਸ ਨੂੰ ਵੀ ਸਮਝਣਾ ਹੈ। ਇੱਕ ਗੱਲ ਹੋਰ ਬੜੀ ਸੁਆਦਲੀ ਸਮਝਣੀ ਹੈ ਆਪਾਂ। ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਹੁਕਮ ਨਾ ਕਹਿਆ ਜਾਈ। ਉਹ ਹੁਕਮ ਕਿਹੋ ਜਿਹਾ ਹੈ? ਆਖਿਆ ਨਹੀਂ ਜਾ ਸਕਦਾ। ਜੇ ਆਖਿਆ ਹੀ ਨਹੀਂ ਜਾ ਸਕਦਾ ਫਿਰ ਅਸੀਂ ਇਕੱਠੇ ਕਿਉਂ ਹੋਏ ਆ? ਗੁਰੂ ਨਾਨਕ ਸਾਹਿਬ ਨੇ ਇਸ ਬਾਣੀ ਵਿੱਚ ਹੁਕਮ ਦੀ ਗੱਲ ਹੀ ਕਿਉਂ ਕਰ ਦਿੱਤੀ ਜੇ ਉਹ ਆਖਿਆ ਹੀ ਨਹੀਂ ਜਾ ਸਕਦਾ? ਇਸ ਨੂੰ ਆਪਾਂ ਸਮਝਣਾ ਹੈ ਵੀ ਉਹ ਕਿਹੜਾ ਇੱਕ ਨੁਕਤਾ ਹੈ ਜਿਸ ਕਰਕੇ ਉਹ ਆਖਿਆ ਨਹੀਂ ਜਾ ਸਕਦਾ, ਤੇ ਕਿਹੜਾ ਇੱਕ ਉਹ ਨੁਕਤਾ ਹੈ ਜੇ ਉਹਨੂੰ ਸਮਝ ਲਈਏ ਤੇ ਹੁਕਮ ਆਖਿਆ ਜਾ ਸਕਦਾ ਹੈ। ਸੋ ਇਹ ਵੀ ਗੱਲ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਜੇ ਸਮਾਂ ਹੋਇਆ ਤਾਂ। ਸੋ ਆਪਾਂ ਹੁਣ ਤੱਕ ਇਹ ਗੱਲ ਸਮਝੀਏ ਕਿ ਪਰਮੇਸ਼ਵਰ ਦਾ ਜਿਹੜਾ ਹੁਕਮ ਹੈ ਉਹਦੇ ਵਿੱਚ ਚੱਲਣ ਦੇ ਨਾਲ ਅਸੀਂ ਦੋਵੇਂ ਮਸਲੇ ਹੱਲ ਕਰ ਸਕਦੇ ਹਾਂ। ਇਹ ਜਿਹੜਾ ਨਾਨਕ ਲਿਖਿਆ ਨਾਲ ਹੈ, ਇਹਦੇ ਥੱਲੇ ਮੈਂ ਇੱਕ ਲਾਈਨ ਲਿਖੀ ਹੈ, ਜੋ ਨਾਲ ਲਿਖਿਆ ਹੋਇਆ ਹੈ ਉਸ ਹੁਕਮ ਦੀ ਪਹਿਚਾਨ ਕਿਵੇਂ ਹੋਵੇ। ਇਹ ਗੱਲ ਸਮਝਣ ਵਾਲੀ ਹੈ ਕਿ ਸਾਡੇ ਨਾਲ ਲਿਖਿਆ ਤੇ ਹੋਇਆ,
ਅਸੀਂ ਸਾਰੇ ਇਹ ਕਹਿੰਦੇ ਹਾਂ ਕਿ ਸਾਡੇ ਮੱਥੇ ਦੇ ਲੇਖ, ਕਿ ਸੱਚਮੁੱਚ ਕਦੀ ਕਿਸੇ ਨੇ ਕਿਸੇ ਦੇ ਮੱਥੇ ਉੱਤੇ ਲਿਖੇ ਹੋਏ ਲੇਖ ਵੇਖੇ ਨੇ, ਜਾਂ ਉਹ ਪੜ੍ਹੇ ਜਾ ਸਕਦੇ ਨੇ, ਜਾਂ ਇਸ ਤਰ੍ਹਾਂ ਲਿਖੇ ਵੀ ਜਾ ਸਕਦੇ ਨੇ। ਪਤਾ ਨਹੀਂ ਲਿਖੇ ਹੋਣਗੇ ਕਿ ਨਹੀਂ ਲਿਖੇ ਹੋਣਗੇ, ਪਰ ਜਿਹੜੇ ਸਾਡੇ ਨਾਲ ਵਾਹਿਗੁਰੂ ਜੀ ਦਾ ਹੁਕਮ ਲਿਖਿਆ ਹੋਇਆ ਹੈ, ਉਹ ਕਿਸ ਰੂਪ ਵਿੱਚ ਲਿਖਿਆ ਹੈ, ਆਪਾਂ ਉਸ ਨੂੰ ਜ਼ਰੂਰ ਸਮਝਣਾ ਹੈ। ਅਸੀਂ ਇੱਕ ਗੱਲ ਵਧੇਰੇ ਕਰਕੇ ਕਰਦੇ ਹਾਂ ਕਿ ਪ੍ਰਮਾਤਮਾ ਦੇ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲਦਾ। ਇਹ ਗੱਲ ਬਿਲਕੁਲ ਦਰੁਸਤ ਹੈ ਕਿ ਪ੍ਰਮਾਤਮਾ ਵਾਹਿਗੁਰੂ ਜੀ ਦੇ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲਦਾ। ਫਿਰ ਲੋਕ ਸਵਾਲ ਕਰਦੇ ਨੇ ਕਿ ਆ ਜਿਹੜੀਆਂ ਵੱਡੀਆਂ ਵੱਡੀਆਂ ਘਟਨਾਵਾਂ ਵਾਪਰਦੀਆਂ ਨੇ, ਔਰ ਕਈ ਵਾਰੀ ਅਤੀ ਦੁਖਦਾਈ ਘਟਨਾਵਾਂ ਵਾਪਰਦੀਆਂ ਨੇ, ਕਿ ਉਹ ਵੀ ਰੱਬ ਦੇ ਹੁਕਮ ਵਿੱਚ ਹੀ ਵਾਪਰਦੀਆਂ ਨੇ? ਜੇ ਉਹ ਵੀ ਰੱਬ ਦੇ ਹੁਕਮ ਵਿੱਚ ਵਾਪਰਦੀਆਂ, ਫਿਰ ਬੰਦੇ ਨੂੰ ਸਜ਼ਾ ਕਿਉਂ ਦਿੱਤੀ ਜਾਂਦੀ ਹੈ? ਫਿਰ ਤੇ ਰੱਬ ਦਾ ਹੁਕਮ ਹੈ, ਮੈਨੂੰ ਹੁਕਮ ਆਇਆ ਮੈਂ ਕਰ ਦਿੱਤਾ, ਤੁਹਾਨੂੰ ਆਇਆ ਤੁਸੀਂ ਕਰਤਾ। ਫਿਰ ਇੱਕ ਦੂਜੇ ਉੱਤੇ ਅਸੀਂ ਦੋਸ਼ ਕਿਉਂ ਲਗਾਉਂਦੇ ਹਾਂ? ਸਰਕਾਰਾਂ ਜਾਂ ਕਾਨੂੰਨ ਸਾਨੂੰ ਸਜ਼ਾਵਾਂ ਕਿਉਂ ਦਿੰਦੀਆਂ ਨੇ, ਜੇ ਵਾਹਿਗੁਰੂ ਜੀ ਦੇ ਹੁਕਮ ਵਿੱਚ ਹੀ ਇਹ ਸਭ ਪੱਤੇ ਹਿੱਲ ਰਹੇ ਨੇ? ਇੱਕ ਗੱਲ ਸਮਝਣੀ ਹੈ ਕਿ ਪੱਤਾ ਤੇ ਸੱਚਮੁੱਚ ਹੀ ਨਹੀਂ ਹਿੱਲਦਾ ਵਾਹਿਗੁਰੂ ਜੀ ਦੇ ਹੁਕਮ ਤੋਂ ਬਿਨਾਂ, ਕਿਉਂਕਿ ਉਹ ਹਿੱਲ ਹੀ ਨਹੀਂ ਸਕਦਾ। ਪੱਤਾ ਹਿੱਲੇਗਾ ਜੇ ਹਵਾ ਚੱਲੇਗੀ ਤਾਂ। ਹਵਾ ਤਾਂ ਚੱਲੇਗੀ ਜੇ ਹਵਾ ਚੱਲਣ ਦਾ ਕੋਈ ਹੋਰ ਕਾਰਨ ਬਣੇਗਾ, ਕਿਤੇ ਗਰਮੀ ਸਰਦੀ ਕੁਛ ਵਧੇ ਘਟੇਗਾ, ਤੇ ਦਬਾਅ ਵੱਧਦਾ ਘਟਦਾ ਹੈ ਤੇ ਹਵਾ ਚੱਲਦੀ ਹੈ। ਉਹ ਦਬਾਅ ਦੇ ਵਧਣ ਘਟਣ ਦਾ ਪਿੱਛੇ ਕੋਈ ਹੋਰ ਕਾਰਨ ਬਣਨਾ ਹੈ, ਫਿਰ ਉਹ ਦਬਾਅ ਵਧਣਾ ਘਟਣਾ ਹੈ, ਉਹ ਪ੍ਰੈਸ਼ਰ ਦੇ ਨਾਲ ਹਵਾ ਨੇ ਚੱਲਣਾ ਹੈ, ਫਿਰ ਇਹ ਪੱਤਿਆਂ ਨੇ ਹਿੱਲਣਾ ਹੈ। ਉਹਦੇ ਪਿੱਛੇ ਹੋਰ ਕਾਰਨ, ਉਹਦੇ ਪਿੱਛੇ ਹੋਰ ਕਾਰਨ, ਤੇ ਕਾਰਨਾਂ ਦੇ ਪਿੱਛੇ ਕਾਰਨ ਕਰਤੇ ਵਸ ਹੈ। ਉਹ ਕਰਤਾ ਆ ਜਾਏਗਾ, ਸਾਰਿਆਂ ਕਾਰਨਾਂ ਦੇ ਪਿੱਛੇ ਉਹ ਆ ਜਾਏਗਾ। ਇਹਦਾ ਮਤਲਬ ਸਪਸ਼ਟ ਹੋ ਗਿਆ ਕਿ ਉਹਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿੱਲ ਸਕਦਾ। ਲੇਕਿਨ ਬੰਦਾ ਏਡੇ ਏਡੇ ਵੱਡੇ ਕੰਮ ਕਿਵੇਂ ਕਰ ਜਾਂਦਾ ਹੈ? ਕਿ ਇਹ ਵੀ ਹੁਕਮ ਵਿੱਚ ਹੁੰਦੇ ਨੇ? ਜੀ ਆਪਾਂ ਸਮਝ ਸਕਦੇ ਹਾਂ, ਪਰਮਾਤਮਾ ਨੇ ਮਨੁੱਖ ਨੂੰ ਇੱਕ ਫਰੀ ਵਿਲ, ਜਿਸ ਨੂੰ ਆਪਾਂ ਆਖਦੇ ਹਾਂ, ਇੱਕ ਸਾਡੀ ਮਰਜ਼ੀ, ਇੱਕ ਸਾਡੀ ਕਿਸੇ ਹੱਦ ਤੱਕ ਕਰ ਦੇਣ ਦੀ ਸੱਤਾ ਸਾਨੂੰ ਵਾਹਿਗੁਰੂ ਜੀ ਨੇ ਦਿੱਤੀ ਹੋਈ ਹੈ। ਇਹ ਜਿੰਨੇ ਪਾਪ ਤੇ ਉਪੱਦਰ ਇਸ ਧਰਤੀ ਉੱਤੇ ਹੋ ਰਹੇ ਨੇ, ਜੇ ਰੱਬ ਦੇ ਹੁਕਮ ਨਾਲ ਹੁੰਦੇ ਨੇ, ਫਿਰ ਦੋਸ਼ੀ ਰੱਬ ਹੀ ਹੈ, ਫਿਰ ਅਸੀਂ ਨਹੀਂ ਹਾਂ। ਤੇ ਜੇ ਰੱਬ ਕਦੀ ਦੋਸ਼ੀ ਨਹੀਂ ਹੁੰਦਾ, ਰੱਬ ਕਦੀ ਕੁਝ ਮਾੜਾ ਨਹੀਂ ਕਰਦਾ, ਤੇ ਫਿਰ ਇਹ ਸਾਰੇ ਉਪੱਦਰ ਅਸੀਂ ਇਨਸਾਨ ਲੋਕ ਕਰ ਰਹੇ ਹਾਂ, ਤੇ ਅਸੀਂ ਹੀ ਦੋਸ਼ੀ ਹਾਂ। ਪੱਤਾ ਸੱਚਮੁੱਚ ਨਹੀਂ ਹਿੱਲ ਸਕਦਾ ਉਹਦੇ ਹੁਕਮ ਤੋਂ ਬਿਨਾਂ, ਲੇਕਿਨ ਬੰਦਾ ਉਹਦੇ ਹੁਕਮ ਤੋਂ ਬਿਨਾਂ ਹਿੱਲ ਸਕਦਾ ਹੈ। ਇਹਨੂੰ ਉਸਨੇ ਹਿੱਲਣ ਦੀ ਸ਼ਕਤੀ ਦਿੱਤੀ ਹੈ ਕਿਸੇ ਹੱਦ ਤੱਕ। ਕਿਸੇ ਮਹਾਂਪੁਰਸ਼ ਨੂੰ ਸਵਾਲ ਕੀਤਾ ਸੀ ਇਹੋ ਹੀ ਕਿ ਕਿੱਥੋਂ ਕੁ ਤੱਕ ਬੰਦੇ ਦੀ ਸ਼ਕਤੀ ਕੰਮ ਕਰਦੀ ਏ, ਕਿੱਥੋਂ ਕੁ ਤੱਕ ਅਸੀਂ ਆਪਣੀ ਮਰਜ਼ੀ ਨਾਲ ਕੁਝ ਕਰ ਸਕਦੇ ਹਾਂ। ਮਹਾਂਪੁਰਸ਼ ਨੇ ਆਖਿਆ ਸੀ, ਉੱਠ ਕੇ ਜਰਾ ਖੜਾ ਹੋ, ਤੈਨੂੰ ਮੈਂ ਦੱਸਦਾ। ਉੱਠ ਕੇ ਉਹ ਖੜਾ ਹੋਇਆ ਤੇ ਮਹਾਂਪੁਰਸ਼ ਆਖਣ ਲੱਗੇ, ਹੁਣ ਤੂੰ ਆਪਣੀ ਮਰਜ਼ੀ ਨਾਲ, ਤੇਰੇ 2 ਪੈਰ ਜ਼ਮੀਨ ਤੇ ਲੱਗੇ ਨੇ, ਇੱਕ ਪੈਰ ਉੱਤੇ ਉਠਾ ਲਾ, ਜਿਹੜਾ ਮਰਜ਼ੀ, ਤੇਰੀ ਮਰਜ਼ੀ ਹੈ। ਉਹਨੇ ਇੱਕ ਪੈਰ ਚੁੱਕ ਲਿਆ, ਜਿਹੜੀ ਉਹਦੀ ਮਰਜ਼ੀ ਸੀ। ਮਹਾਂਪੁਰਸ਼ਾਂ ਨੇ ਆਖਿਆ, ਹੁਣ ਇਹ ਜਿਹੜਾ ਪੈਰ ਤੂੰ ਚੁੱਕਿਆ, ਇਸ ਨੂੰ ਜ਼ਮੀਨ ਤੇ ਨਹੀਂ ਲਗਾਉਣਾ, ਤੇ ਦੂਜਾ ਵੀ ਚੁੱਕ ਲੈ। ਉਹਨੇ ਆਖਿਆ, ਇਹ ਮੈਂ ਨਹੀਂ ਕਰ ਸਕਦਾ। ਮਹਾਂਪੁਰਸ਼ਾਂ ਨੇ ਆਖਿਆ, ਬਸ ਇੱਥੋਂ ਤੱਕ ਬੰਦੇ ਨੂੰ ਖੋਲ੍ਹ ਕਿ ਉਹਦੀ ਆਪਣੀ ਮਰਜ਼ੀ ਸੀ, ਉਹ ਦੋਹਾਂ ਪੈਰਾਂ ਚੋਂ ਜਿਹੜਾ ਮਰਜ਼ੀ ਪੈਰ ਉੱਤੇ ਚੁੱਕ ਲੈਂਦਾ। ਇਹ ਉਹਦੀ ਮਰਜ਼ੀ ਸੀ, ਇਹ ਉਹਨੂੰ ਵਾਹਿਗੁਰੂ ਜੀ ਨੇ ਤਾਕਤ ਦਿੱਤੀ ਹੋਈ ਹੈ। ਲੇਕਿਨ ਉਹਨੂੰ ਜ਼ਮੀਨ ਤੇ ਰੱਖਣ ਤੋਂ ਬਿਨਾਂ ਦੂਜਾ ਪੈਰ ਚੁੱਕ ਲਵੇ, ਇਹ ਉਹਨੂੰ ਤਾਕਤ ਨਹੀਂ ਦਿੱਤੀ ਵਾਹਿਗੁਰੂ ਜੀ ਨੇ।
ਸੋ ਇਸ ਬਿਨਾਂ ਤੇ ਅਸੀਂ ਜਿੰਨੇ ਇਸ ਧਰਤੀ ਉੱਤੇ ਆ ਮਾੜੇ ਕਰਮ ਅਸੀਂ ਕਰ ਰਹੇ ਹਾਂ, ਜਿੰਨੀਆਂ ਤੁਸੀਂ ਸੁਣੀਆਂ ਹੋਣੀਆਂ ਨੇ ਖਬਰਾਂ, ਲੋਕ ਧਰਮ ਗ੍ਰੰਥਾਂ ਦੀਆਂ ਬੇਅਦਬੀਆਂ ਕਰ ਰਹੇ ਨੇ। ਖਾਸ ਕਰਕੇ ਕੁਝ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉੱਤੇ ਲੋਕਾਂ ਨੇ ਜ਼ੋਰ ਪਾਇਆ ਹੋਇਆ ਹੈ। ਔਰ ਸਿਆਣੇ ਲੋਕ ਇਹ ਗੱਲ ਕਹਿ ਰਹੇ ਨੇ ਕਿ ਲੋਕਾਂ ਨੇ ਨਹੀਂ ਇਹ ਕੀਤਾ, ਇਹਦੇ ਪਿੱਛੇ ਕੋਈ ਸਰਕਾਰਾਂ ਦੇ ਹੱਥ ਹੁੰਦੇ ਨੇ। ਕੋਈ ਕਿਉਂ ਹੁੰਦੇ ਨੇ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ, ਉਹ ਜਾਣਨ, ਪਰ ਇਹ ਹੋ ਰਿਹਾ ਹੈ। ਧਰਮ ਗ੍ਰੰਥ ਦੀ ਬੇਅਦਬੀ ਕਰਨਾ ਅਤੀ ਵੱਡਾ ਘਿਨੌਣਾ ਕਰਮ ਹੈ। ਧਰਮ ਗ੍ਰੰਥ ਕੋਈ ਦੁਨੀਆ ਦਾ ਹੋਵੇ, ਕੋਈ ਵੀ ਹੋਵੇ, ਇਸ ਤੋਂ ਵੱਡਾ ਹੋਰ ਕੋਈ ਮਾੜਾ ਕਰਮ ਨਹੀਂ ਹੋ ਸਕਦਾ। ਸੋ ਇਹ ਕੌਣ ਕਰ ਰਿਹਾ? ਬੰਦਾ ਖੁਦ ਕਰ ਰਿਹਾ, ਇਹ ਰੱਬ ਨਹੀਂ ਕਰਦਾ ਜੀ ਇੱਕ ਇਹੋ ਜਿਹੇ ਕੰਮ। ਅਸੀਂ ਲੋਕ ਕਰਦੇ ਹਾਂ, ਇਹ ਸਾਡਾ ਕਸੂਰ ਹੈ ਔਰ ਇਹਦਾ ਦੰਡ ਸਾਨੂੰ ਮਿਲੇਗਾ, ਮਿਲ ਵੀ ਰਿਹਾ ਹੈ ਤੇ ਮਿਲਦਾ ਹੀ ਰਹਿਣਾ ਹੈ। ਸੋ ਇਹ ਬੰਦੇ ਨੂੰ ਵਾਹਿਗੁਰੂ ਜੀ ਨੇ ਖੁੱਲ੍ਹ ਦਿੱਤੀ ਹੈ। ਇਸ ਹੁਕਮ ਦੀ ਅਸੀਂ ਪਹਿਚਾਨ ਕਿਵੇਂ ਕਰਨੀ ਹੈ? ਗੁਰਬਾਣੀ ਵਿੱਚ ਸਾਨੂੰ ਸਮਝਾਇਆ ਗਿਆ, ਇਹਦੀ ਪਹਿਚਾਨ ਤੁਸੀਂ ਕਿਵੇਂ ਕਰ ਸਕਦੇ ਹੋ। ਇਸ ਇੱਕ ਉਦਾਹਰਨ ਨਾਲ ਆਪਾਂ ਸਮਝਦੇ ਹਾਂ। ਹੁਕਮੈ ਅੰਦਰ ਨਿੰਮਿਆ ਪਿਆਰੇ। ਨਿੰਮਿਆ ਦਾ ਮਤਲਬ ਪਤਾ ਹੈ ਜੀ ਕੀ ਹੁੰਦਾ ਹੈ? ਜਦੋਂ ਮਾਤਾ ਤੇ ਪਿਤਾ ਦੇ ਸੰਜੋਗ ਨਾਲ ਜੀਵ ਦਾ ਮਾਂ ਦੇ ਉਦਰ ਵਿੱਚ ਮੁੱਢ ਵੱਜਦਾ ਹੈ, ਉਸ ਨੂੰ ਨਿੰਮਿਆ ਆਖਦੇ ਨੇ। ਜਿਵੇਂ ਅਸੀਂ ਧਰਤੀ ਵਿੱਚ, ਜ਼ਮੀਨ ਵਿੱਚ ਬੀਜ ਰੱਖ ਦਈਏ ਤੇ ਇੱਕ ਸਮਾਂ ਆਉਂਦਾ ਹੈ ਧਰਤੀ ਦੀ ਗਰਮੀ ਨਾਲ ਤੇ ਧਰਤੀ ਦੀ ਨਮੀ ਨਾਲ, ਇਹ ਦੋ ਚੀਜ਼ਾਂ ਉਹਨੂੰ ਠੀਕ ਰੂਪ ਵਿੱਚ ਮਿਲ ਜਾਣ ਤੇ ਉਹ ਪੁੰਗਰ ਆਉਂਦਾ ਹੈ, ਉਹ ਬੀਜ। ਉਸ ਨੂੰ ਨਿੰਮਿਆ ਆਖਦੇ ਨੇ, ਨਿੰਮਣਾ। ਹੁਕਮੈ ਅੰਦਰ ਨਿੰਮਿਆ ਪਿਆਰੇ। ਹੁਕਮ ਨੂੰ ਸਮਝ ਲੈਣਾ ਜੀ, ਮਾਲਕ ਦਾ ਹੁਕਮ ਕੀ ਹੈ। ਉਹ ਜਿਹੜਾ ਨਿੰਮਿਆ ਹੈ, ਉਹ ਜਿਹੜਾ ਬੀਜ ਦਾ ਪੁੰਗਰਨਾ ਹੈ, ਉਹ ਸਾਡੇ ਕਰਕੇ ਨਹੀਂ ਹੁੰਦਾ। ਕਿਸੇ ਜ਼ਿਮੀਂਦਾਰ ਨੇ ਬੀਜ ਜ਼ਮੀਨ ਵਿੱਚ ਪਾ ਦਿੱਤਾ ਹੈ, ਲੇਕਿਨ ਹੁਣ ਉਹ ਜ਼ਿਮੀਂਦਾਰ ਉਸ ਨੂੰ ਉਗਾਉਣ ਦੇ ਵਾਸਤੇ ਸਮਰੱਥ ਨਹੀਂ। ਉਹ ਕੋਈ ਹੋਰ ਸ਼ਕਤੀ ਉਹਨੂੰ ਪੁੰਗਰਾਏਗੀ। ਉਹ ਹੈ ਹੁਕਮ ਵਾਹਿਗੁਰੂ ਜੀ ਦਾ। ਹੁਕਮੈ ਅੰਦਰ ਨਿੰਮਿਆ ਪਿਆਰੇ, ਹੁਕਮੈ ਉਦਰ ਮਝਾਰ। ਉਦਰ ਮੈਨੇ ਪੇਟ, ਮਝਾਰ ਮੈਨੇ ਵਿੱਚ। ਇਹ ਜੀਵ ਮਾਂ ਦੇ ਪੇਟ ਵਿੱਚ ਨਿੰਮਿਆ। ਹੁਣ ਤੁਸੀਂ ਅੰਦਾਜ਼ਾ ਲਗਾਓ ਕਿ ਇਹਦੇ ਵਿੱਚ ਕੋਈ ਮਾਂ ਦੀ ਕਰਾਮਾਤ ਹੈ ਕਿ ਪਿਤਾ ਦੀ ਕਰਾਮਾਤ ਹੈ। ਹੁਕਮ ਕਿਹਦਾ ਉੱਥੇ ਚੱਲਦਾ? ਮਾਂ ਦਾ ਹੁਕਮ ਚੱਲਿਆ ਕਿ ਪਿਤਾ ਦਾ ਹੁਕਮ ਚੱਲਿਆ? ਉਹਦੇ ਨਿੰਮਣ ਵਿੱਚ। ਉਹ ਹੈ ਵਾਹਿਗੁਰੂ ਜੀ ਦਾ ਹੁਕਮ। ਹੁਕਮੈ ਅੰਦਰ ਜੰਮਿਆ। ਫਿਰ 10 ਮਾਸ ਮਾਤਾ ਦੇ ਉਦਰ ਵਿੱਚ ਰਹਿ ਕੇ ਬੱਚੇ ਨੇ ਜਨਮ ਲਿਆ। ਇਹ ਹੈ ਵਾਹਿਗੁਰੂ ਜੀ ਦਾ ਹੁਕਮ। ਇਹਦੇ ਵਿੱਚ ਸਾਡੀ ਕੋਈ ਕਿਸੇ ਪ੍ਰਕਾਰ ਦੀ ਉਹਦੇ ਵਿੱਚ ਬਿਲਕੁਲ ਵੀ ਅਸੀਂ ਦਖਲ ਅੰਦਾਜ਼ੀ ਨਹੀਂ ਕਰ ਸਕਦੇ। ਉਦੋਂ ਸਿਰ ਕੈ ਭਾਰ ਦਾ ਮਤਲਬ ਹੈ ਕਿ ਇਹਦੀ ਜਿਹੜੀ ਉਹ ਅਵਸਥਾ ਹੈ, ਉਹਦਾ ਜ਼ਿਕਰ ਕੀਤਾ ਹੈ। ਮਾਂ ਦੇ ਉਦਰ ਵਿੱਚ ਬੱਚੇ ਦੀ ਜਿਹੜੀ ਅਵਸਥਾ ਹੁੰਦੀ ਹੈ, ਉਹਦਾ ਜ਼ਿਕਰ ਕੀਤਾ ਹੈ। ਇਹ ਹੈ ਜੀ ਲਿਖਿਆ ਨਾਲ। ਹੁਣ ਇੱਕ ਮਾਂ ਹੈ, ਉਸ ਪਰਿਵਾਰ ਵਿੱਚ ਰਹਿੰਦੀ ਹੈ ਜਿਸ ਪਰਿਵਾਰ ਵਿੱਚ ਪਤਾ ਨਹੀਂ ਸ਼ਾਮ ਨੂੰ ਰੋਟੀ ਵੀ ਖਾਣ ਨੂੰ ਮਿਲਣੀ ਹੈ ਕਿ ਨਹੀਂ ਮਿਲਣੀ। ਇੱਕ ਮਾਂ ਉਸ ਪਰਿਵਾਰ ਵਿੱਚ ਆ। ਪਿੱਛੇ ਜੇ ਇੱਕ ਵਿਆਹ ਹੋਇਆ ਹੈ ਜੀ, ਉਸ ਔਰਤ ਨੂੰ 60 ਕਿਲੋ ਸੋਨਾ ਪਾਇਆ ਗਿਆ ਤੇ ਮੈਂ ਵੇਖਦਾ ਸਾਂ 60 ਕਿਲੋ ਸ਼ਾਇਦ ਉਸ ਔਰਤ ਦਾ ਭਾਰ ਨਾ ਹੋਵੇ। ਇੱਕ ਉਹ ਲੋਕ ਨੇ ਜਿਨ੍ਹਾਂ ਕੋਲੋਂ ਇੰਨੀ ਵੱਡੀ ਉਹਨਾਂ ਦੇ ਕੋਲ ਇਹ ਜਿਹੜੀ ਹੈਗੀ ਹੈ ਜਾਇਦਾਦ, ਵੈਲਥ ਹੈ, ਉਹਦਾ ਭਾਰ ਨਹੀਂ ਚੁੱਕਿਆ ਜਾਂਦਾ। ਇੱਕ ਪਾਸੇ ਉਹ ਲੋਕ ਨੇ ਜਿਨ੍ਹਾਂ ਨੂੰ
ਰੋਟੀ ਖਾਣੇ ਵੀ ਪਤਾ ਨਹੀਂ ਰਾਤ ਨੂੰ ਨਸੀਬ ਹੋਣੀ ਹੈ ਕਿ ਨਹੀਂ ਹੋਣੀ। ਇੱਕ ਉਹ ਮਾਂ, ਇੱਕ ਇਹ ਮਾਂ, ਤੇ ਮਾਂ ਦੇ ਉਦਰ ਵਿੱਚ ਬੱਚੇ ਨੇ ਨਿੰਮਿਆ। ਇਹ ਹੁਕਮ ਨਹੀਂ ਤੇ ਕੀ ਹੈ? ਇੱਕ ਜੰਮਦਾ ਹੀ ਬਾਦਸ਼ਾਹ ਹੋਏਗਾ, ਇੱਕ ਜੰਮਦਾ ਹੀ ਕੰਗਾਲ ਹੋਏਗਾ। ਇਹ ਹੈ ਵਾਹਿਗੁਰੂ ਜੀ ਦਾ ਹੁਕਮ ਜੋ ਨਾਲ ਲਿਖਿਆ ਹੈ ਕਿ ਵਾਹਿਗੁਰੂ ਜੀ ਨੇ ਬੇਇਨਸਾਫੀ ਕੀਤੀ, ਇੱਕ ਨੂੰ ਰਾਜੇ ਦੇ ਘਰ ਜਨਮ ਦਿੱਤਾ, ਇੱਕ ਨੂੰ ਕੰਗਾਲ ਦੇ ਘਰ ਜਨਮ ਦਿੱਤਾ। ਅਸੀਂ ਹੁਣੇ ਹੀ ਸੁਣਿਆ ਸੀ, ਕਤਿਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਕਿਸੇ ਦੂਜੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ, ਉਹ ਆਪਣੇ ਹੀ ਕਰਮ ਨੇ। ਕੋਈ ਕਿੱਥੇ ਪੈਦਾ ਹੋਇਆ, ਕੋਈ ਕਿੱਥੇ ਪੈਦਾ ਹੋਇਆ। ਸੋ ਇਹ ਹੈ ਜੀ ਹੁਕਮ। ਅੱਗੇ ਸਾਰੀ ਜ਼ਿੰਦਗੀ ਉਸ ਵਾਹਿਗੁਰੂ ਜੀ ਦਾ ਹੁਕਮ ਸਾਡੇ ਨਾਲ ਰਹਿੰਦਾ, ਉਸ ਨੂੰ ਸਮਝਣਾ ਜਰਾ। ਹੁਕਮੇ ਸੋਗ ਹਰਖ ਆਨੰਦ। ਸੋਗ ਮੈਨੇ ਗਮੀ, ਹਰਖ ਮੈਨੇ ਖੁਸ਼ੀ, ਆਨੰਦ ਉਹ ਅਵਸਥਾ ਹੈ ਜਿਹਦੇ ਵਿੱਚ ਕਦੀ ਫਿਰ ਮੁੜ ਕੇ ਦੁੱਖ ਨਹੀਂ ਆਉਂਦਾ। ਸੁੱਖ ਤੋਂ ਦੁੱਖ ਬਦਲ ਜਾਂਦਾ ਹੈ ਜੀ, ਸੁੱਖ ਤੋਂ ਬਾਅਦ ਦੁੱਖ ਆ ਜਾਂਦਾ ਹੈ, ਤੇ ਦੁੱਖ ਤੋਂ ਬਾਅਦ ਸੁੱਖ ਵੀ ਮਿਲ ਸਕਦਾ ਹੈ। ਲੇਕਿਨ ਆਨੰਦ ਇੱਕ ਇਹੋ ਜਿਹੀ ਅਵਸਥਾ ਹੈ ਜਿੱਥੇ ਜਾ ਕੇ ਮੁੜ ਕੇ ਦੁੱਖ ਨਹੀਂ ਕਦੀ ਆਉਂਦਾ। ਗੁਰੂ ਜੀ ਨੇ ਆਖਿਆ ਹੁਕਮੇ ਸੋਗ ਹਰਖ ਆਨੰਦ। ਇਹ ਹੈ ਜੀ ਵਾਹਿਗੁਰੂ ਜੀ ਦਾ ਹੁਕਮ। ਕਈ ਲੋਕ ਸਾਰੀ ਜ਼ਿੰਦਗੀ ਇੰਨੀ ਮਸ਼ੱਕਤ ਘਾਲਦੇ ਨੇ ਤੇ ਮਸ਼ੱਕਤ ਕਰਦੇ ਹੀ ਮਰ ਜਾਂਦੇ ਨੇ। ਇੱਕ ਮਿੰਟ ਵੀ ਸੁੱਖ ਨਹੀਂ ਮਿਲਦਾ ਜ਼ਿੰਦਗੀ ਪੂਰੀ ਵਿੱਚ। ਕਈ ਲੋਕ ਨੇ ਸਾਰੀ ਜ਼ਿੰਦਗੀ ਹੱਥ ਤੇ ਹੱਥ ਰੱਖ ਕੇ ਬੈਠੇ ਰਹਿੰਦੇ ਨੇ, ਕੱਖ ਨਹੀਂ ਕਰਦੇ, ਲੇਕਿਨ ਸਾਰੀ ਜ਼ਿੰਦਗੀ ਸੁੱਖਾਂ ਵਿੱਚ ਮਾਣਦੇ ਨੇ। ਇਹ ਹੈ ਵਾਹਿਗੁਰੂ ਜੀ ਦਾ ਹੁਕਮ। ਤੇ ਹੁਕਮ ਕਿਉਂ ਏ? ਸਾਡੇ ਕੀਤੇ ਕਰਮ। ਹੁਕਮੇ ਸੋਗ ਹਰਖ ਆਨੰਦ, ਹੁਕਮੇ ਜਪੈ ਨਿਰੋਧਰ ਗੁਰ ਮੰਤ। ਨਿਰੋਧਰ ਦਾ ਮਤਲਬ ਹੁੰਦਾ ਸਾਰਿਆਂ ਦੁੱਖਾਂ ਨੂੰ ਰੋਕ ਦੇਣ ਵਾਲਾ, ਆਨੰਦ ਦੀ ਅਵਸਥਾ ਵਿੱਚ ਪਹੁੰਚਾ ਦੇਣ ਵਾਲਾ। ਗੁਰਮੰਤ, ਗੁਰੂ ਦਾ ਉਪਦੇਸ਼, ਗੁਰੂ ਦਾ ਦਿੱਤਾ ਹੋਇਆ ਮੰਤਰ, ਇਹ ਵੀ ਹੁਕਮ ਵਿੱਚ ਜਪਿਆ ਜਾਂਦਾ। ਤੁਸੀਂ, ਅਸੀਂ, ਮੈਂ। ਕੋਈ ਜਣਾ ਆਖੇ ਮੈਂ ਜਪ ਲੈਣਾ, ਨਹੀਂ ਭਾਈ, ਝੂਠੀ ਗੱਲ ਏ। ਜਪਿਆ ਨਹੀਂ ਜਾਣਾ। ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਇਹ ਗੁਣ ਵੀ ਐਵੇਂ ਨਹੀਂ ਜੇ ਗਾਏ ਜਾਂਦੇ, ਇਹ ਆਪ ਹੀ ਗਵਾ ਲੈਂਦਾ। ਜਪਿਆ ਵੀ ਆਪੇ ਨਹੀਂ ਜੇ ਜਾਂਦਾ, ਆਪ ਹੀ ਜਪਾ ਲੈਂਦਾ ਹੈ। ਇਹ ਜੇ ਉਹਦਾ ਹੁਕਮ, ਇਸ ਨੂੰ ਇਹ ਹੁਕਮ ਨਾਲ ਲਿਖਿਆ ਹੋਇਆ ਸਾਡੇ। ਇਸ ਤਰ੍ਹਾਂ ਮੱਥੇ ਤੇ ਲਿਖਿਆ ਪੜ੍ਹਿਆ ਨਹੀਂ ਜਾਣਾ, ਇਸ ਨੂੰ ਕੇਵਲ ਸਮਝਣਾ ਹੈ। ਹੁਕਮੇ ਸੋਗ ਹਰਖ ਆਨੰਦ, ਹੁਕਮੇ ਜਪੈ ਨਿਰੋਧਰ ਗੁਰ ਮੰਤ। ਉਸ ਦੇ ਹੁਕਮ ਵਿੱਚ ਗੁਰੂ ਦੇ ਦਿੱਤੇ ਹੋਏ ਮੰਤਰ ਦਾ ਜਾਪ ਕੀਤਾ ਜਾਂਦਾ ਹੈ, ਜਿਸ ਦੇ ਜਪਣ ਨਾਲ ਮੁੜ ਕੇ ਕਦੇ ਦੁੱਖ ਨਹੀਂ ਆਉਂਦੇ। ਹੁਕਮੇ ਆਵਣ ਜਾਣ ਰਹਾਏ। ਆਵਣ ਜਾਣ ਤੋਂ ਮਤਲਬ ਹੈ ਜਨਮ ਤੇ ਮਰਨ। ਰਹਾਏ ਤੋਂ ਮਤਲਬ ਹੈ ਰਹਿ ਜਾਂਦਾ ਹੈ, ਮੁੱਕ ਜਾਂਦਾ ਹੈ ਉਹਦੇ ਹੁਕਮ ਦੁਆਰਾ। ਨਾਨਕ ਜਾ ਕੋ ਭਗਤੀ ਲਾਏ। ਇਹ ਆਉਣਾ ਜਾਣਾ ਕਿਹਦਾ ਮੁੱਕਦਾ ਹੈ ਜੀ? ਸਿਰਫ ਉਹਦਾ ਮੁੱਕਦਾ ਹੈ ਜਿਹਨੂੰ ਵਾਹਿਗੁਰੂ ਜੀ ਆਪਣਾ ਹੁਕਮ ਕਰਕੇ ਆਪਣੀ ਭਗਤੀ ਵਿੱਚ ਲਾ ਲੈਣ। ਸੋ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਗੁਰਪੁਰਬ ਏ, ਇਹਨੂੰ ਭਾਏ ਭਗਤ ਨਾਲ ਮਨਾਉਣਾ। ਭਾਏ ਭਗਤ, ਨਾਨਕ ਜਾ ਕੋ ਭਗਤੀ ਲਾਏ। ਭਾਏ ਭਗਤ, ਭਗਤੀ ਕਈ ਪ੍ਰਕਾਰ ਦੇ ਜੀ। ਇੱਕ ਨੂੰ ਕਸ਼ਟ ਯੋਗ ਵੀ ਆਖਦੇ ਨੇ, ਉਹ ਵੀ ਭਗਤੀ ਦਾ ਹੀ ਇੱਕ ਪ੍ਰਕਾਰ ਹੈ। ਤੇ ਸਾਨੂੰ ਜਿਹੜੀ ਭਗਤੀ ਦੱਸੀ ਹੈ ਗੁਰੂ ਨਾਨਕ ਸਾਹਿਬ ਨੇ, ਉਹ ਹੈ ਰਾਜ ਯੋਗ, ਉਹ ਹੈ ਸਹਿਜ ਯੋਗ।
ਸਾਨੂੰ ਭਿਖਾਰੀ ਬਣ ਕੇ ਲੋਕਾਂ ਦੇ ਦਰ-ਦਰ ਤੇ ਮੰਗ ਕੇ ਪੇਟ ਪੂਰਤੀ ਕਰਕੇ ਭਜਨ ਕਰਨ ਲਈ ਨਹੀਂ ਆਖਿਆ। ਸਾਨੂੰ ਜੰਗਲਾਂ ਬੀਆਂ ਬਾਨਾਂ ਵਿੱਚ ਜਾ ਕੇ ਭਗਤੀ ਕਰਨ ਲਈ ਗੁਰੂ ਨਾਨਕ ਸਾਹਿਬ ਨੇ ਨਹੀਂ ਸਮਝਾਇਆ। ਸਾਨੂੰ ਇਹ ਗੱਲ ਆਖੀ ਏ, ਧਰਮ ਦੀ ਕਿਰਤ ਕਰੋ, ਧਨ ਕਮਾਓ ਤੇ ਉਹਦੇ ਨਾਲ ਰਾਜ ਭਾਗ ਦਾ ਆਨੰਦ ਮਾਣੋ ਤੇ ਉਸ ਰਾਜ ਭਾਗ ਵਿੱਚ ਰਹਿੰਦੇ ਹੋਏ ਪ੍ਰਭੂ ਦੀ ਭਗਤੀ ਕਰੋ, ਸਭਨਾਂ ਨੂੰ ਪਿਆਰ ਕਰੋ। ਇਹ ਹੈ ਪ੍ਰੇਮਾ ਭਗਤੀ। ਛੱਡਣਾ ਛਡਾਉਣਾ ਜੀ ਕੁਝ ਨਹੀਂ ਕਿਸੇ ਨੇ ਵੀ, ਨਾ ਮੈਂ ਨਾ ਤੁਸੀਂ। ਸਿਰਫ ਤੇ ਸਿਰਫ ਇਹ ਸਾਰਾ ਕੰਮ ਧੰਦਾ ਕਰਦਿਆਂ ਧਰਮ ਦੀ ਕਿਰਤ ਕਰਕੇ ਕਮਾਈ ਕਰਨੀ ਤੇ ਕਮਾਈ ਕਰਕੇ ਉਸ ਰਾਜ ਭਾਗ ਦਾ ਆਨੰਦ ਮਾਣਨਾ ਤੇ ਉਹਦੇ ਵਿੱਚ ਰਹਿੰਦਿਆਂ ਪ੍ਰਭੂ ਦੀ ਭਗਤੀ ਵਿੱਚ ਜੁੜੇ ਰਹਿਣਾ। ਇਹ ਹੈ ਰਾਜ ਯੋਗ, ਸਹਿਜ ਯੋਗ। ਆਪਾਂ ਨਾ ਜੀ ਇੱਕ ਸ਼ਬਦ ਵਰਤਦੇ ਹੁੰਦੇ ਆ, ਸਹਿਯੋਗ। ਇਹ ਆਪਾਂ ਆਮ ਹੀ ਵਰਤਦੇ ਆ ਕਿ ਤੇਰੇ ਸਹਿਯੋਗ ਨਾਲ ਮੈਂ ਆਹ ਕੰਮ ਕਰ ਪਾਇਆ, ਤੇਰੇ ਸਹਿਯੋਗ ਨਾਲ ਮੈਂ ਅੰਮ੍ਰਿਤ ਵੇਲਾ ਸੰਭਾਲ ਲਿਆ, ਤੇਰੇ ਸਹਿਯੋਗ ਨਾਲ ਮੈਂ 2 ਘੰਟੇ ਅੱਜ ਕੀਰਤਨ ਦਰਬਾਰ ਵਿੱਚ ਚਲਾ ਗਿਆ, ਯਾਨੀ ਸਾਧ ਸੰਗਤ ਵਿੱਚ ਚਲਾ ਗਿਆ, ਤੇਰੇ ਸਹਿਯੋਗ ਨਾਲ। ਸਹਿਜ ਯੋਗ ਇੱਥੋਂ ਹੀ ਨਿਕਲਿਆ ਹੋਇਆ ਹੈ। ਕਿਸੇ ਦੇ ਸਹਿਯੋਗ ਨਾਲ ਅਸੀਂ ਜਦੋਂ ਧਰਮ ਦੀ ਕਿਰਤ ਕਰਾਂਗੇ, ਉਹਦੇ ਵਿੱਚੋਂ ਕੁਝ ਸਾਨੂੰ ਆਮਦਨ ਹੋਏਗੀ। ਉਸ ਆਮਦਨ ਦੇ ਸਹਿਯੋਗ ਨਾਲ ਅਸੀਂ ਟਿਕ ਕੇ ਬੈਠ ਕੇ ਭਗਤੀ ਕਰ ਸਕਾਂਗੇ। ਸਾਨੂੰ ਫਿਕਰ ਨਹੀਂ ਹੋਏਗਾ ਕਿ ਰਾਤ ਨੂੰ ਬੱਚਿਆਂ ਨੂੰ ਕੀ ਦੇਣਾ ਹੈ ਖਾਣ ਲਈ। ਸਾਨੂੰ ਫਿਕਰ ਨਹੀਂ ਹੋਏਗਾ ਕਿ ਕੱਲ ਨੂੰ ਇਹਨਾਂ ਨੂੰ ਸਿਆਲ ਆ ਗਿਆ, ਕੱਪੜੇ ਲੈ ਕੇ ਦੇਣੇ ਨੇ, ਕਿੱਥੋਂ ਲੈ ਕੇ ਦਿਆਂਗੇ। ਜੇ ਅਸੀਂ ਮਿਹਨਤ ਕੀਤੀ, ਅਸੀਂ ਕੰਮ ਕੀਤਾ, ਦਿਲ ਲਾ ਕੇ ਕੀਤਾ, ਇਮਾਨਦਾਰੀ ਨਾਲ ਕੀਤਾ, ਤੇ ਉਸ ਸਾਡੀ ਆਮਦਨ ਵਿੱਚ, ਉਹ ਸਾਡੀ ਜੋ ਅਸੀਂ ਕਮਾਇਆ, ਉਹਦੇ ਵਿੱਚ ਵਾਹਿਗੁਰੂ ਜੀ ਬਰਕਤ ਪਾ ਦਿੰਦੇ ਨੇ। ਉਹ ਬਰਕਤ ਇੰਨੀ ਪੈਂਦੀ ਏ ਕਿ ਪੁੱਛੋ ਕੁਝ ਨਾ, ਇੱਕ ਤੋਂ ਅਨੇਕ ਹੋ ਜਾਂਦਾ ਹੈ। ਇਹ ਉਹਦਾ ਹੁਕਮ ਹੈ। ਉਸ ਹੁਕਮ ਵਿੱਚ ਰਹਿ ਕੇ ਆਪਾਂ ਪ੍ਰਭੂ ਦੀ ਭਗਤੀ ਕਰਨੀ ਹੈ। ਇਸ ਨੂੰ ਰਾਜਯੋਗ, ਇਸ ਨੂੰ ਸਹਿਯੋਗ ਯਾਨੀ ਮਾਇਆ ਦੇ ਸਹਿਯੋਗ ਨਾਲ ਅਸੀਂ ਹੋਰ ਵਧੇਰੇ ਬੇਫਿਕਰ ਹੋ ਕੇ ਇਹਨਾਂ ਚਿੰਤਾਵਾਂ ਝੋਰਿਆਂ ਤੋਂ, ਕੱਲ ਨੂੰ ਕੀ ਖਾਣਾ, ਪਰਸੋਂ ਕੀ ਪਾਉਣਾ ਹੈ, ਇਹ ਤੋਂ ਬੇਫਿਕਰ ਹੋ ਕੇ ਅਸੀਂ ਟਿਕ ਕੇ ਬੈਠ ਕੇ ਆਪਣੇ ਘਰ ਵਿੱਚ ਪ੍ਰਭੂ ਦੇ ਨਾਮ ਵਿੱਚ ਆਪਣੀ ਸੁਰਤ ਜੋੜ ਸਕਦੇ ਹਾਂ। ਹੁਕਮ ਨਾ ਕਹਿਆ ਜਾਈ, ਉਸ ਹੁਕਮ ਨੂੰ ਜੀ ਆਖਿਆ ਤੇ ਨਹੀਂ ਜਾ ਸਕਦਾ। ਹੁਣ ਜੋ ਆਪਾਂ ਸਮਝਿਆ ਇਹਨੂੰ ਕਿਵੇਂ ਬਿਆਨ ਕਰਾਂਗੇ? ਗੁਰੂ ਸਾਹਿਬ ਨੇ ਤੇ ਕਰ ਦਿੱਤਾ ਤੇ ਆਪਾਂ ਸਮਝ ਲਿਆ, ਪਰ ਅੱਗੇ ਆਖਣਾ ਬੜਾ ਔਖਾ ਹੁੰਦਾ। ਔਰ ਇੱਕ ਗੱਲ ਇਹ ਵੀ ਸਮਝਣ ਵਾਲੀ ਏ ਕਿ ਕੁਝ ਚੀਜ਼ਾਂ ਨੇ ਜਿਹੜੀਆਂ ਸਾਡੇ ਆਲੇ ਦੁਆਲੇ ਵਾਪਰਦੀਆਂ ਨੇ, ਜਿਨ੍ਹਾਂ ਦਾ ਸਾਡੇ ਨਾਲ ਸੰਬੰਧ ਸਿੱਧਾ ਜਾਂ ਅਸਿੱਧਾ ਹੁੰਦਾ ਹੈ, ਉਹਨਾਂ ਚੀਜ਼ਾਂ ਬਾਰੇ ਅਸੀਂ ਕੁਛ ਨਾ ਕੁਛ ਗੱਲਬਾਤ ਕਰ ਸਕਦੇ ਹਾਂ। ਅਸੀਂ ਕਹਿ ਸਕਦੇ ਹਾਂ ਕਿ ਅੱਜ ਰਸਤੇ ਵਿੱਚ ਮੇਰੀ ਕਾਰ ਬੰਦ ਕਿਉਂ ਹੋ ਗਈ? ਬੰਦ ਇਸ ਕਰਕੇ ਹੋ ਗਈ, ਮੇਰੀ ਗਲਤੀ, ਮੈਂ ਉਹ ਵੇਖਿਆ ਨਹੀਂ, ਇਹਦਾ ਟੈਂਕ ਉਹ ਤੇਲ ਵਾਲਾ, ਗੈਸ ਵਾਲਾ, ਤੇ ਉਹ ਗੈਸ ਖਤਮ ਹੋ ਗਈ ਤੇ ਕਾਰ ਬੰਦ ਹੋ ਗਈ। ਕੀ ਇਹ ਰੱਬ ਦਾ ਹੁਕਮ ਹੈ ਕਿ ਮੇਰੀ ਗਲਤੀ ਹੈ? ਇਹ ਸਮਝਣਾ ਹੈ ਜੀ, ਇਹ ਗੱਲਾਂ ਸਮਝਣ ਵਾਲੀਆਂ ਨੇ, ਕਿਤੇ ਲਿਖੀਆਂ ਹੋਈਆਂ ਨਹੀਂ ਹਨ। ਉਹ ਮੇਰੀ ਗਲਤੀ ਹੈ, ਮੈਂ ਨਹੀਂ ਵੇਖਿਆ ਮੀਟਰ ਉਹਦਾ ਗੈਸ ਵਾਲਾ ਤੇ ਰਸਤੇ ਵਿੱਚ ਕਾਰ ਬੰਦ ਹੋ ਗਈ, ਤੇ ਰੱਬ ਦਾ ਹੁਕਮ ਥੋੜੀ ਹੈ। ਹੁਣ ਇਹ ਤੇ ਮੈਨੂੰ ਵੇਖ ਕੇ ਚੱਲਣਾ ਚਾਹੀਦਾ ਸੀ ਨਾ, ਤੁਰਨ ਲੱਗਿਆਂ ਤੁਰਨ ਤੋਂ ਪਹਿਲਾਂ ਵੇਖਣਾ ਚਾਹੀਦਾ ਸੀ। ਮੈਂ ਨਹੀਂ ਵੇਖਿਆ, ਉਹ ਮੇਰੀ ਗਲਤੀ ਸੀ। ਇਸ ਹੁਕਮ ਨੂੰ ਸਮਝਣਾ ਹੈ, ਉਹ ਕਿਹਦਾ ਹੁਕਮ ਵਾਪਰਿਆ? ਹੁਕਮ ਨਾ ਕਹਿਆ ਜਾਈ। ਕੁਝ ਚੀਜ਼ਾਂ ਜਿਹੜੀਆਂ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਸਾਡੇ ਨਾਲ ਵਾਪਰਦੀਆਂ ਨੇ, ਉਹ ਆਖੀਆਂ ਜਾ ਸਕਦੀਆਂ ਨੇ। ਉਹਨਾਂ ਵਿੱਚ ਰੱਬੀ ਹੁਕਮ ਵੀ ਹੁੰਦਾ ਹੈ, ਉਹਨਾਂ ਵਿੱਚ ਸਾਡੀ ਮਰਜ਼ੀ ਵੀ ਹੁੰਦੀ ਹੈ। ਲੇਕਿਨ ਸੰਪੂਰਨ ਤੌਰ ਤੇ ਰੱਬ ਦਾ ਹੁਕਮ ਨਹੀਂ ਆਖਿਆ ਜਾ ਸਕਦਾ।
ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਕੱਲ ਨੂੰ ਰੱਬ ਨੇ ਕਿੰਨੀਆਂ ਧਰਤੀਆਂ ਇਸ ਬ੍ਰਹਿਮੰਡਾਂ ਵਿੱਚੋਂ ਗਰਕ ਕਰਨੀਆਂ ਨੇ, ਸਾਨੂੰ ਨਹੀਂ ਪਤਾ। ਕਿੰਨੀਆਂ ਨਵੀਆਂ ਉੱਗ ਪੈਣੀਆਂ ਨੇ ਕੱਲ ਤੋਂ ਪਹਿਲਾਂ, ਸਾਨੂੰ ਉਹ ਵੀ ਨਹੀਂ ਪਤਾ। ਉਹ ਵੱਡੇ ਪੱਧਰ ਤੇ ਜਿਹੜਾ ਵਾਹਿਗੁਰੂ ਜੀ ਦਾ ਹੁਕਮ ਹੈ ਉਹ ਨਹੀਂ ਆਖਿਆ ਜਾ ਸਕਦਾ। ਮੇਰੇ ਨਾਲ, ਤੁਹਾਡੇ ਨਾਲ 1 ਸੈਕਿੰਡ ਤੋਂ ਬਾਅਦ ਕੀ ਹੋਣ ਵਾਲਾ ਏ ਉਹ ਨਹੀਂ ਆਖਿਆ ਜਾ ਸਕਦਾ, ਲੇਕਿਨ ਉਹ ਰੱਬੀ ਹੁਕਮ ਹੈ। ਪਰ ਕੁਝ ਚੀਜ਼ਾਂ ਮੈਨੂੰ ਪਤਾ ਮੇਰੇ ਨਾਲ ਕੀ ਹੋਣਾ ਹੈ। ਜਿਹੋ ਜਿਹਾ ਮੈਂ ਕਰਮ ਕੀਤਾ ਹੋਏਗਾ ਕਿ ਮੈਨੂੰ ਉਹਦਾ ਪਤਾ ਨਹੀਂ? ਹਰ ਬੰਦੇ ਨੂੰ ਪਤਾ ਹੈ ਕਿ ਮੈਂ ਆਹ ਕਰਮ ਕਰਕੇ ਆਇਆ, ਇਹਦਾ ਫਲ ਮੈਨੂੰ ਕਦੀ ਨਾ ਕਦੀ ਮਿਲਣਾ ਹੈ। ਸੋ ਬਸ ਇੰਨੀ ਕੁ ਗੱਲ ਏ। ਕੁਝ ਚੀਜ਼ਾਂ ਨੇ ਜਿਹੜੀਆਂ ਸਾਡੇ ਨਾਲ ਵਾਪਰਦੀਆਂ ਨੇ, ਅਸੀਂ ਉਹਦੇ ਵਿੱਚ ਇਨਵੋਲਵ ਹੁੰਨੇ ਆ ਕਿਸੇ ਨਾ ਕਿਸੇ ਰੂਪ ਵਿੱਚ। ਉਹਨਾਂ ਹੁਕਮਾਂ ਦਾ ਸਾਨੂੰ ਪਤਾ ਹੈ, ਉਹ ਆਖੇ ਜਾ ਸਕਦੇ ਨੇ। ਵੱਡੇ ਪੱਧਰ ਤੇ ਵਾਹਿਗੁਰੂ ਜੀ ਦਾ ਹੁਕਮ ਬਿਲਕੁਲ ਨਹੀਂ ਆਖਿਆ ਜਾ ਸਕਦਾ। ਹੁਕਮ ਨਾ ਕਹਿਆ ਜਾਏ, ਪੂਰਨ ਤੌਰ ਤੇ ਨਹੀਂ ਆਖਿਆ ਜਾ ਸਕਦਾ। ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਹੜਾ ਬਚਨ ਲਿਖਿਆ ਨਾ ਜੀ ਆਨੰਦ ਸਾਹਿਬ ਜੀ ਦੀ ਬਾਣੀ ਵਿੱਚ, ਉਹਨਾਂ ਨੇ ਲਿਖਿਆ, ਆਵੋ ਸੰਤ ਪਿਆਰਿਓ ਅਕਥ ਕੀ ਕਰਹਿ ਕਹਾਣੀ। ਹੁਣ ਜੇ ਅਸੀਂ ਸਵਾਲ ਖੜਾ ਕਰੀਏ ਵੀ ਜੇ ਉਹ ਅਕਥ ਹੈ ਤੇ ਉਹਦੀ ਕਹਾਣੀ ਫਿਰ ਕੀ ਕਰਨੀ ਹੈ? ਉਹ ਤੇ ਅਕਥ ਹੈ। ਪਰ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈਏ। ਕਹਾਣੀ ਆ ਕਰਨੀ ਹੈ ਵੀ ਉਹਨੂੰ ਕਿਵੇਂ ਪਾ ਲਈਏ, ਉਹਦੇ ਹੁਕਮ ਨੂੰ ਕਿਵੇਂ ਸਮਝ ਲਈਏ। ਉਹ ਅਕਥ ਹੀ ਰਹੇਗਾ। ਉਹ ਅਕਥਨੀय ਹੈ। ਇੰਨਾ ਵੱਡਾ ਹੈ ਕਿ ਪੂਰਨ ਤੌਰ ਤੇ ਕਥਨ ਨਹੀਂ ਕੀਤਾ ਜਾ ਸਕਦਾ, ਲੇਕਿਨ ਇਹ ਕਥਨ ਕੀਤਾ ਜਾ ਸਕਦਾ ਹੈ ਕਿਤ ਦੁਆਰਾ ਪਾਈਏ, ਉਹਦੀ ਪ੍ਰਾਪਤੀ ਕਿਵੇਂ ਹੋਣੀ ਹੈ। ਇਸੇ ਤਰ੍ਹਾਂ ਇਹ ਹੁਕਮ, ਇਹ ਸਮਝਿਆ ਜਾ ਸਕਦਾ ਹੈ ਕਿ ਮੈਂ ਚੰਗਾ ਇਨਸਾਨ ਕਿਵੇਂ ਬਣਨਾ ਹੈ, ਲੇਕਿਨ ਪੂਰਨ ਤੌਰ ਤੇ ਵਾਹਿਗੁਰੂ ਜੀ ਦਾ ਹੁਕਮ ਕੀ ਵਾਪਰਨਾ ਹੈ ਉਹ ਨਹੀਂ ਬਿਆਨ ਕੀਤਾ ਜਾ ਸਕਦਾ। ਸੋ ਸਮਾਂ ਹੋ ਗਿਆ ਜੀ, ਫਿਰ ਅਗਲੀ ਕਥਾ ਆਪਾਂ ਸ਼ੁੱਕਰਵਾਰ ਵਾਲੇ ਦਿਨ ਪ੍ਰਾਰੰਭ ਕਰਨੀ ਹੈ ਤੇ ਉਹਦੇ ਵਿੱਚ ਵੀ ਆਪਾਂ ਜਪ ਬਾਣੀ ਵਿੱਚੋਂ ਹੀ ਬਚਨ ਲਏ ਨੇ। ਉਹ ਵੀ ਕੁਐਸਚਨ ਨੇ, ਸਵਾਲ ਨੇ, ਗੁਰੂ ਨਾਨਕ ਸਾਹਿਬ ਜੀ ਨੇ ਖੜੇ ਕੀਤੇ ਨੇ 2, ਫੇਰ ਕੇ ਅੱਗੇ ਰੱਖੀ ਹੈ ਤੇ ਮੂੰਹੋਂ ਕੇ ਬੋਲਣ ਬੋਲੀ ਹੈ। ਇਹ 2 ਬਚਨ ਆਪਾਂ ਸ਼ੁੱਕਰਵਾਰ ਵਾਲੇ ਦਿਨ ਸਮਝਣ ਦੀ ਕੋਸ਼ਿਸ਼ ਕਰਾਂਗੇ। ਅੱਜ ਤੁਸੀਂ ਇੰਨੇ ਕੁ ਸ਼ਬਦ ਪ੍ਰਵਾਨ ਕਰਨਾ ਜੀ ਤੇ ਯਤਨ ਕਰਨਾ ਆਪਾਂ ਵਾਹਿਗੁਰੂ ਜੀ ਦੇ ਹੁਕਮ ਨੂੰ ਪਹਿਚਾਨਣਾ ਹੈ, ਉਸ ਨੂੰ ਸਮਝ ਕੇ ਆਪਾਂ ਜੀਵਨ ਜਿਉਣਾ ਹੈ। ਵਾਹਿਗੁਰੂ ਜੀ ਦਾ ਹੁਕਮ ਸਤਿਗੁਰੂ ਜੀ ਨੇ ਆਖਿਆ ਬਾਣੀ ਵਿੱਚ, ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਜਿਸ ਨੇ ਵਾਹਿਗੁਰੂ ਜੀ ਦੇ ਹੁਕਮ ਨੂੰ ਪਹਿਚਾਨ ਲਿਆ, ਉਹਨੇ ਪ੍ਰਭੂ ਦਾ ਭੇਦ ਜਾਣ ਲਿਆ। ਤੇ ਆਪਾਂ ਸਟੈਪ ਬਾਈ ਸਟੈਪ ਇੱਕ ਜਿਵੇਂ ਪੌੜੀ ਨਹੀਂ ਹੁੰਦੀ, ਉਹਦੇ 10-15 ਡੰਡੇ ਹੋਣ ਤੇ ਇੱਕ ਤੇ ਚੜੀਏ ਤੇ ਸੌਖੇ ਚੜ ਜਾਈਦਾ, ਜੇ ਉਤਲੇ ਨੂੰ ਹੱਥ ਪਾ ਲਈਏ ਤੇ ਸੱਟ ਲਵਾ ਲਈਦੀ ਏ। ਆਪਾਂ ਇੱਕ ਸਟੈਪ ਅੱਜ ਤੋਂ ਆਪਾਂ, ਜਿਵੇਂ ਅਸੀਂ ਪਿੱਛੇ ਸਮਝਿਆ ਕਿ ਅਸੀਂ ਸਾਰੇ ਇੱਕ ਇਕਾਈ ਹਾਂ, ਅਸੀਂ ਸਾਰੇ ਜਪ ਕਰਾਂਗੇ, ਜਪ ਕਿਵੇਂ ਕਰਾਂਗੇ ਸਮਝ ਲਿਆ। ਹੁਣ ਆਪਾਂ ਅੱਜ ਸਮਝਿਆ ਕਿ ਸਾਡੇ ਅੰਦਰੋਂ ਕੂੜ ਦੀ ਪਾਲ ਕਿਵੇਂ ਟੁੱਟ ਸਕਦੀ ਏ, ਅਸੀਂ ਸਚਿਆਰ ਕਿਵੇਂ ਬਣ ਸਕਦੇ ਹਾਂ ਵਾਹਿਗੁਰੂ ਜੀ ਦੇ ਹੁਕਮ ਵਿੱਚ ਚੱਲ ਕੇ। ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਸੋ ਆਪਾਂ ਇਸ ਹੁਕਮ ਨੂੰ ਪਹਿਚਾਨਣਾ। ਜੇ ਪਹਿਚਾਨ ਲਿਆ ਜਿਸ ਵੀ ਕਿਸੇ ਭੈਣ ਭਰਾ ਨੇ, ਸਮਝੋ ਉਹਨੇ ਵਾਹਿਗੁਰੂ ਜੀ ਦਾ ਭੇਦ ਜਾਣ ਲਿਆ। ਸੋ ਆਪਾਂ ਯਤਨ ਕਰਾਂਗੇ ਸ਼ੁੱਕਰਵਾਰ ਨੂੰ ਇਸ ਗੱਲ ਨੂੰ ਹੋਰ ਅੱਗੇ ਸ਼ੁਰੂ ਕਰਾਂਗੇ। ਅੱਜ ਤੁਸੀਂ ਇੰਨੇ ਕੁ ਸ਼ਬਦ ਪ੍ਰਵਾਨ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।